फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਕਿਸੇ ਵਿਸ਼ੇ ਦੀ ਵਿਚਾਰ ਸਾਂਝੀ ਕਰਦੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਜੋ ਰਹਿਤ ਮਰਿਆਦਾ ਦੇ ਵਿੱਚ ਅਰਦਾਸ ਦੀ ਸ਼ਬਦਾਵਲੀ ਦਿੱਤੀ ਗਈ ਹੈ, ਉਹਨਾਂ ਦੀ ਵਿਸਥਾਰ ਸਹਿਤ ਵਿਆਖਿਆ ਆਪ ਜੀ ਕਰ ਰਹੇ ਹਨ। ਅੱਜ ਦੀ ਉਸੇ ਵਿਚਾਰ ਦੀ ਕੜੀ ਨੂੰ ਆਪ ਜੀ ਅੱਗੇ ਜਾਰੀ ਰੱਖਣਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਦੀ ਸਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਨਮਾਨਯੋਗ ਗੁਰੂ ਸਵਾਰਿਓ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਨਿਤਾ ਪ੍ਰਤੀ ਦੋ ਸਮੇਂ ਕਰਨ ਵਾਲੀ ਅਰਦਾਸ ਦੀ ਸ਼ਬਦਾਵਲੀ, ਅਰਦਾਸ ਦਾ ਮਹੱਤਵ, ਅਰਦਾਸ ਕਿਵੇਂ ਕਰਨੀ ਹੈ, ਕੁਝ ਵਿਚਾਰਾਂ ਲਗਾਤਾਰ ਕਰਦੇ ਆ ਰਹੇ ਹਾਂ। ਪਿਛਲੇ ਹਫ਼ਤੇ ਅਰਦਾਸ ਦੀ ਸ਼ਬਦਾਵਲੀ ਦੇ ਵਿੱਚ ਆਏ ਹੋਏ ਸ਼ਬਦ, ਜੋ ਪਹਿਲਾ ਪਹਿਰਾ ਸੀ, ਉਹਦੀ ਅਸੀਂ ਸਮਾਪਤੀ ਕੀਤੀ, ਜਿੱਥੋਂ ਸਿੱਖਾਂ ਦਾ ਵਰਣਨ ਸ਼ੁਰੂ ਹੁੰਦਾ। ਅੱਜ ਉਸ ਤੋਂ ਅਗਲਾ ਪਹਿਰਾ, ਜਿੱਥੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਤਰਖਲੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਅੱਜ ਇੱਥੋਂ ਅਸੀਂ ਆਰੰਭ ਕਰ ਰਹੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਧਰਮ ਹੇਤ ਸੀਸ ਦਿੱਤੇ ਦਾ ਭਾਵ ਹੈ ਧਰਮ ਦੀ ਖਾਤਰ ਕੁਰਬਾਨ ਹੋ ਜਾਣਾ, ਸ਼ਹਾਦਤ ਦੇ ਦੇਣੀ। ਧਰਮ ਸਿਧਾਂਤ ਦਾ ਨਾਮ ਹੈ। ਜਿੱਥੇ ਧਰਮ ਹੇਤ ਸੀਸ ਦਿੱਤੇ ਦਾ ਮਤਲਬ ਆਪਣੇ ਸਿਧਾਂਤਾਂ ਦੇ ਕਾਇਮ ਰਹਿੰਦਿਆਂ ਹੋਇਆ ਆਪਣੇ ਕੁਰਬਾਨੀ ਕਰਨੀ। ਧਰਮ ਕੇਵਲ ਪਹਿਰਾਵੇ ਦਾ ਨਾਮ ਨਹੀਂ, ਧਰਮ ਸਿਧਾਂਤ ਦਾ ਨਾਮ ਹੈ, ਪਰਪੱਕਤਾ ਹੈ। ਜਦੋਂ ਸਿਧਾਂਤ ਨੂੰ ਵੰਗਾਰਿਆ ਗਿਆ, ਜਦੋਂ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰੀ ਹੋਈ ਹਕੂਮਤ ਵੱਲੋਂ, ਜਦੋਂ ਸਿਧਾਂਤਾਂ ਦੇ ਵਿੱਚ ਦਖਲ-ਅੰਦਾਜ਼ੀ ਕੀਤੀ ਗਈ, ਉਹਨਾਂ ਦੇ ਖਿਲਾਫ ਜਦੋਂ ਆਵਾਜ਼ ਬੁਲੰਦ ਕੀਤੀ, ਫਿਰ ਆਪਣੀ ਕੁਰਬਾਨੀ ਦੇਣ ਦੀ, ਉਹ ਕੁਰਬਾਨੀ ਧਰਮ ਦੇ ਹੇਠ ਹੈ। ਸਿਧਾਂਤ ਦੀ ਰਾਖੀ ਲਈ ਆਪਣੀ ਜਾਨ ਵਾਰ ਦੇਣੀ, ਇਹ ਧਰਮ ਦੇ ਹੇਠ ਹੈ। ਕਿਉਂਕਿ ਇੱਥੇ ਗੱਲ ਸਿਧਾਂਤ ਦੀ ਹੋ ਰਹੀ ਹੈ। ਸਿਧਾਂਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਪਹਿਲਾਂ ਹੀ ਸਮਝਾ ਦਿੱਤੀ ਸੀ ਕਿ ਸਿਧਾਂਤ ਨਾਲ ਸਮਝੌਤਾ ਨਹੀਂ ਕਰਨਾ, ਅਸੂਲ ਨਾਲ ਕਦੀ ਸਮਝੌਤਾ ਨਹੀਂ ਕਰਨਾ। ਅਸੂਲ ਨਾਲ ਸਮਝੌਤਾ ਕਰਨ ਵਾਲਾ ਹਮੇਸ਼ਾ ਕਿਰਤਕਾਨ ਬਣ ਜਾਂਦਾ ਹੈ, ਜਿਹੜੇ ਅਸੂਲਾਂ ਨਾਲ ਸਮਝੌਤਾ ਕਰ ਲੈਂਦੇ ਹਨ। ਤੇ ਉਸ ਸਮਝੌਤਾ ਕਰਨ ਵਾਲਿਆਂ ਦੇ ਅੰਦਰ ਕਮਜ਼ੋਰੀ ਹੁੰਦੀ ਹੈ, ਪਰ ਸਿੱਖ ਇਸ ਕਮਜ਼ੋਰੀ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਂਦਾ ਹੈ, ਕਿਉਂਕਿ ਗੁਰੂ ਦੇ ਹੁਕਮ ਵਿੱਚ ਚੱਲਣਾ ਸਿੱਖ ਲੈਂਦਾ ਹੈ। ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਹਨ, ਉਹ ਫਿਰ ਸਿਧਾਂਤ ਨੂੰ ਕਦੀ ਨਹੀਂ ਛੱਡਦੇ। ਉਹਦੇ ਲਈ ਉਹਨਾਂ ਨੂੰ ਤੱਤੀ ਤਵੀ ਤੇ ਬੈਠਣਾ ਪਿਆ, ਸਿਰ ਵਿੱਚ ਗਰਮ ਰੇਤ ਪਵਾਈ, ਜੰਗਾਂ ਲੜਨੀਆਂ ਪਈਆਂ, ਯੁੱਧ ਲੜਨੇ ਪਏ, ਸ਼ਹਾਦਤਾਂ ਦੇਣੀਆਂ ਪਈਆਂ। ਇਹ ਸਾਰੀਆਂ ਕੁਰਬਾਨੀਆਂ ਜੋ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿਧਾਂਤ ਦੀ ਰਾਖੀ ਲਈ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਕਹਿੰਦੇ ਨੇ ਧਰਮ ਹੇਤ ਸੀਸ ਦਿੱਤੇ। ਉਹ ਗੁਰੂ ਕਾਲ ਦੇ ਵੇਲੇ ਸਨ ਜਾਂ ਗੁਰੂ ਕਾਲ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਸ਼ੁਰੂ ਹੁੰਦੀਆਂ ਹਨ,
ਤੇ ਉਹ 50-60 ਸਾਲ ਦੇ ਸਮੇਂ ਵਿੱਚ ਅਨੇਕਾਂ ਕੁਰਬਾਨੀਆਂ, ਜਿਨ੍ਹਾਂ ਦਾ ਜ਼ਿਕਰ ਅੱਗੇ ਅੱਗੇ ਆਉਂਦਾ ਜਾਏਗਾ, ਉਹ ਸਾਰੀਆਂ ਕੁਰਬਾਨੀਆਂ, ਫਿਰ 20ਵੀਂ ਸਦੀ ਦੇ ਸ਼ੁਰੂ ਦੀਆਂ ਕੁਰਬਾਨੀਆਂ, ਤੇ ਅੱਜ ਵੀ 1984, ਤੇ ਇਹ ਅੱਜ ਵੀ ਸਿਲਸਿਲਾ ਚੱਲਦਾ ਹੈ। ਜਿਹੜਾ ਸਿਧਾਂਤ ਲਈ ਕੁਰਬਾਨੀ ਦਿੰਦਾ ਹੈ ਉਹਨੂੰ ਕਹਿੰਦੇ ਨੇ ਧਰਮੇ ਸੀਸ ਦਿੱਤੇ। ਤੋ ਸ਼ਹਾਦਤ ਦਾ ਅੱਖਰੀ ਅਰਥ ਹੀ ਗਵਾਹੀ ਦੇਣਾ ਹੈ। ਸ਼ਹੀਦ ਸਿਧਾਂਤ ਦੇ ਲਈ ਕੁਰਬਾਨ ਹੁੰਦਾ ਹੈ। ਧਰਮ ਕੇਵਲ ਵਿਸ਼ਵਾਸ ਦਾ ਨਾਂ ਨਹੀਂ ਹੈ। ਧਰਮੇ ਸੀਸ ਦਿੱਤੇ, ਇਹ ਕੇਵਲ ਵਿਸ਼ਵਾਸ ਦਾ ਨਾਂ ਨਹੀਂ ਹੈ, ਇਕੱਲਾ ਵਿਸ਼ਵਾਸ ਹੈ ਜੀ ਬਸ। ਇਹ ਧਰਮ ਦੀ ਖਾਤਰ, ਸਿਧਾਂਤ ਦੀ ਖਾਤਰ, ਧਰਮ ਦੀ ਰੱਖਿਆ ਦੀ ਖਾਤਰ ਲੋੜ ਪਵੇ ਤਾਂ ਫਿਰ ਸੀਸ ਭੇਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਾ। ਇਹ ਕੋਈ ਨਾਟਕ ਚੇਟਕ ਦਾ ਦਿਖਾਵਾ ਨਹੀਂ ਹੈ। ਇਹ ਸ਼ਹਾਦਤ ਕੋਈ ਸੰਸਾਰ ਦੀਆਂ ਦੂਜੇ ਲੋਕਾਂ ਵਾਂਗੂ ਨਾਟਕ ਨਹੀਂ ਖੇਡੇ ਜਾਂਦੇ। ਇਹ ਤਾਂ ਭਾਈ ਗੁਰਦਾਸ ਜੀ ਦੇ ਅਨੁਸਾਰ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਨਾ, ਸਬਰ ਸਿਦਕ ਸ਼ਹੀਦ ਭਰਮ ਭੁਖ ਹੋਵਨਾ, ਗੋਲਾ ਮੁੱਲ ਖਰੀਦ ਕਾਰੇ ਜੋਵਨਾ, ਨਾ ਤਿਸ ਭੁੱਖ ਨਾ ਨੀਂਦ ਖਾਣਾ ਸੋਵਨਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਨਾ, ਪੀਹਨ ਹੋਏ ਜਦੀਦ ਪਾਣੀ ਵੇਵਨਾ, ਪੱਖੇ ਦੀ ਤਗੀਦ ਮਲ ਮਲ ਧੋਵਨਾ, ਸੇਵਕ ਹੋਏ ਸੰਜੀਦ ਨਾ ਹਸਣਾ ਰੋਵਨਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਨਾ, ਚੰਦ ਮੁਖਾ ਮੁਬਾਰਕ ਈਦ ਭੁਗ ਭਗੋਵਨਾ। ਤੋ ਇਹ ਗੱਲਾਂ ਨਾਲ ਨਹੀਂ ਕਮਾਈ ਜਾਂਦੀ ਸ਼ਹਾਦਤ। ਧਰਮ ਗੱਲਾਂ ਨਾਲ ਨਹੀਂ ਕਮਾਇਆ ਜਾਂਦਾ। ਧਰਮ ਤਨ, ਮਨ ਤੇ ਧਨ ਦੀ ਕੁਰਬਾਨੀ ਮੰਗਦਾ ਹੈ। ਜਿਨ੍ਹਾਂ ਨੇ ਇਹ ਤਨ ਦੀ, ਮਨ ਦੀ, ਧਨ ਦੀ ਕੁਰਬਾਨੀ ਦਿੱਤੀ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਉਹ ਬੱਚੇ ਹਨ, ਵੱਡੇ ਹਨ, ਬਜ਼ੁਰਗ ਹਨ, ਜਵਾਨ ਹਨ, ਇਸਤਰੀ ਹੈ, ਮਰਦ ਹੈ, ਇਹ ਕੋਈ ਭਿੰਨ ਭਾਵ ਨਹੀਂ। ਉਸ ਸਿਧਾਂਤ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਜੇਕਰ ਸਿੱਖ ਇਤਿਹਾਸ ਨੂੰ ਦੇਖ ਕੇ ਅਸੀਂ ਦੇਖੀਏ, ਅੱਜ ਸਿਧਾਂਤ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ, ਆਰਿਆਂ ਨੇ ਕਿੰਨੇ ਚੀਰੇ ਗਏ, ਕਿੰਨੀਆਂ ਕੁਛ ਅਸੀਂ ਸਿਧਾਂਤ ਲਈ ਨਹੀਂ ਕੀਤਾ, ਕੁਰਬਾਨੀਆਂ ਦਿੱਤੀਆਂ। ਸਿੱਖ ਇਤਿਹਾਸ ਭਰਿਆ ਹੀ ਸਾਰਾ ਇਹਨਾਂ ਕੁਰਬਾਨੀਆਂ ਨਾਲ ਹੈ। ਕਿਉਂਕਿ ਮਰਨ ਮੁਨਸਾ ਹੱਕ ਹੈ। ਜੇ ਹੋਏ ਮਰੇ ਪ੍ਰਵਾਨੋਂ ਦੀ ਜਿਹੜੀ ਗੁੜਤੀ ਸੀ, ਇਹਨਾਂ ਨੂੰ ਮਿਲੀ ਸੀ ਗੁਰਬਾਣੀ ਤੋਂ। ਮੌਤ ਸਾਰਿਆਂ ਨੂੰ ਆਉਣੀ ਹੈ, ਪਰ ਜੋ ਸਿਧਾਂਤ ਲਈ ਅਮਰ ਹੋ ਕੁਰਬਾਨੀ ਦੇ ਜਾਂਦੇ ਹਨ, ਸਦਾ ਲਈ ਅਮਰ ਹੋ ਜਾਂਦੇ ਹਨ। ਸਦਾ ਹੀ ਗੁਰੂ ਚਰਨਾਂ ਦਾ ਭਰੋਸਾ, ਵਿਸ਼ਵਾਸ ਉਹਨਾਂ ਨੂੰ ਮਿਲ ਜਾਂਦਾ ਹੈ, ਜਿਹੜੇ ਸਿਧਾਂਤ ਲਈ ਕੁਰਬਾਨੀ ਦੇ ਜਾਂਦੇ ਹਨ। ਮੌਤ ਉਹਦੀ ਪ੍ਰਵਾਨ ਹੈ ਜਿਸ ਨੇ ਜ਼ਿੰਦਗੀ 'ਚ ਕੁਝ ਕਮਾਇਆ ਹੈ, ਜੋ ਕੁਝ ਕੀਤਾ ਹੈ। ਤਾਂ ਇਹ ਕੁਰਬਾਨੀ ਕਰਨ ਲਈ ਸੂਰਮੇ ਬਣਨਾ ਪੈਂਦਾ ਹੈ। ਧਰਮੇ ਸੀਸ ਦਿੱਤੇ ਸੂਰਮਿਆਂ ਦਾ ਕੰਮ ਹੈ, ਛੋਟੇ ਕੰਮ ਨਹੀਂ ਹਨ। ਜੇ ਅਸੀਂ ਲਿਸਟ ਨੂੰ ਬਣਾਉਣ ਲੱਗੀਏ ਤਾਂ ਮੇਰਾ ਖਿਆਲ ਐਡੀ ਵੱਡੀ ਲਿਸਟ ਬਣ ਜਾਏਗੀ, ਜਿਨ੍ਹਾਂ ਦੀ ਧਰਮੇ ਸੀਸ ਕੁਰਬਾਨ ਕਰਨ ਵਾਲਿਆਂ ਦੇ, ਜਿਨ੍ਹਾਂ ਦੇ ਨਾਮ ਵੀ ਸਾਨੂੰ ਯਾਦ ਨਹੀਂ ਹਨ। ਤਾਂ ਕੁਰਬਾਨੀ ਦੇਣ ਲੱਗਿਆਂ ਕੇਵਲ ਆਪਣੀ ਸ਼ੋਹਰਤ ਨਹੀਂ ਹੁੰਦੀ, ਉਹਦੇ ਸਾਹਮਣੇ ਇਹ ਵਿਸ਼ਵਾਸ ਹੁੰਦਾ ਹੈ ਕਿ ਮੈਂ ਜੋ ਕੁਝ ਕਰ ਰਿਹਾ ਹਾਂ ਆਪਣੇ ਗੁਰੂ ਦੇ ਲਈ ਕਰ ਰਿਹਾ ਹਾਂ। ਤਾਂ ਜਿਨ੍ਹਾਂ ਨੇ ਗੁਰੂ ਨੂੰ ਸਨਮੁਖ ਰੱਖ ਕੇ ਸਿਧਾਂਤ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਧਰਮੇ ਸੀਸ ਦਿੱਤੇ। ਇਤਿਹਾਸ ਦੀਆਂ ਛੋਟੀਆਂ ਜਿਹੀਆਂ ਸਾਖੀਆਂ ਸਾਨੂੰ ਮਿਲਦੀਆਂ ਹਨ। ਥੋੜ੍ਹੀ ਜਿਹੀ ਉਸ ਗੱਲ ਨੂੰ ਵੀ ਯਾਦ ਕਰ ਲਈਏ। ਜਦੋਂ ਫਰਕਸ਼ੀਅਰ ਨੇ ਸਿੱਖਾਂ ਨੂੰ ਫੜ ਲਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਨਾਂ ਦੇ ਇੱਕ ਜਵਾਨ ਬੱਚਾ ਇਤਿਹਾਸ ਲਿਖਦਾ, ਜਿਹਦਾ ਨਵਾਂ ਸ਼ਾਦੀ ਵਿਆਹ ਹੋਇਆ ਸੀ, ਉਹ ਵੀ ਫੜਿਆ ਗਿਆ। ਮਾਂ ਦਾ ਇਕਲੌਤਾ ਪੁੱਤਰ ਹੈ, ਮਾਂ ਤਰਲੇ ਕਰਨੀ ਕਿਸ ਤਰ੍ਹਾਂ ਮੇਰਾ ਬੇਟਾ ਰਿਹਾ ਹੋ ਜਾਏ। ਉਹ ਸ਼ਰਤ ਰੱਖੀ ਗਈ ਵੀ ਜੇ ਕੋਈ ਇਹ ਲਿਖ ਕੇ ਦੇ ਦੇਵੇ ਕਿ ਇਹ ਸਾਡਾ ਬੱਚਾ ਜਾਂ ਸਾਡਾ ਸੰਬੰਧੀ ਜੋ ਫੜਿਆ ਗਿਆ ਉਹ ਸਿੱਖ ਨਹੀਂ ਹੈ, ਤਾਂ ਉਹਦੀ ਰਿਹਾਈ ਹੋ ਸਕਦੀ ਹੈ। ਉਹਨੇ ਲਿਖ ਕੇ ਦੇ ਦਿੱਤਾ, ਮੇਰਾ ਬੇਟਾ ਅਸਲ ਵਿੱਚ ਸਿੱਖ ਨਹੀਂ,
ਸਿੰਘਾਂ ਨੇ ਉਸ ਨੂੰ ਜ਼ਬਰਦਸਤੀ ਫੜ ਲਿਆ ਹੈ, ਨਾਲ ਲੈ ਆਂਦਾ ਹੈ। ਦੀਵਾਨ ਦੀ ਸਿਫਾਰਿਸ਼ ਹੋਈ, ਲੜਕੇ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਜਦੋਂ ਰਿਹਾ ਕਰਨ ਲੱਗੇ ਤਾਂ ਉਹਨੇ ਪੁੱਛਿਆ ਕਿ ਮੈਨੂੰ ਕਿਉਂ ਛੱਡ ਰਹੇ ਹੋ? ਬਾਕੀਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ, ਮਾਰਦੇ ਹੋ, ਬਾਕੀਆਂ ਨੂੰ ਮੈਨੂੰ ਕਿਉਂ ਛੱਡ ਰਹੇ ਹੋ? ਉਹਦਾ ਜਵਾਬ ਸੀ, ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ ਹੈ। ਲੜਕਾ ਬੜੇ ਜੋਰ ਦੇ ਨਾਲ ਕਹਿਣ ਲੱਗਾ, ਇਹ ਮੇਰੀ ਮਾਂ ਹੀ ਨਹੀਂ, ਇਹ ਝੂਠ ਬੋਲਦੀ ਹੈ। ਮੈਂ ਤਾਂ ਦਿਲੋਂ ਜਾਨੋਂ ਆਪਣੇ ਗੁਰੂ ਨੂੰ ਹਮੇਸ਼ਾ ਲਈ ਯਾਦ ਰੱਖਦਾ ਹਾਂ ਔਰ ਉਹਦੇ ਲਈ ਕੁਰਬਾਨ ਹੋਣ ਲਈ ਤਿਆਰ ਰਹਿੰਦਾ ਹਾਂ। ਇਹ ਹੈ ਉਹਨਾਂ ਦੀ ਯਾਦ, ਜਿਨ੍ਹਾਂ ਨੂੰ ਅਸੀਂ ਧਰਮੇ ਸੀਸ ਦੀ ਗੱਲ ਕਰਦੇ ਹਾਂ। ਤੋ ਇਹ ਅਰਦਾਸ ਵਿੱਚ ਉਹਨਾਂ ਪਿਆਰਿਆਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਇਹ ਭਾਵਨਾ ਮਰਨ ਮੂਸਾ ਸੂਰਿਆ ਹਾਕਾ ਜੋ ਹੋਏ ਮਰੇ ਪ੍ਰਵਾਨੋਂ ਦੀ ਬਣ ਗਈ, ਜੀਵਨ ਉੱਚਾ ਬਣ ਗਿਆ। ਧਰਮ ਹੈ ਸੀਸ ਦਿੱਤੇ, ਬੰਦ ਕਟਾਏ। ਬੇਅੰਤ ਸ਼ਹੀਦਾਂ ਦਾ ਜ਼ਿਕਰ ਮਿਲਦਾ ਅਰਦਾਸ ਵਿੱਚ, ਪਰ ਨਾ ਕਿਸੇ ਸ਼ਹੀਦ ਦਾ ਨਹੀਂ ਲਿਆ ਗਿਆ। ਖਿਆਲ ਕਰਿਓ, ਇਸ ਪਿੱਛੇ ਇੱਕ ਰਹੱਸ ਹੈ, ਕਿ ਭੇਦ ਛੁਪਿਆ ਹੋਇਆ ਹੈ। ਹਰ ਕੁਰਬਾਨੀ ਸਮੁੱਚੇ ਸਿੱਖੀ ਅਚਰਨ ਦੀ ਪ੍ਰਾਪਤੀ ਸਮਝੀ ਗਈ ਹੈ। ਇਹਦੇ ਪਿੱਛੇ ਭੇਦ ਕੀ ਹੈ? ਇਹ ਪੰਥਕ ਗੌਰਵ ਦਾ, ਪੰਥਕ ਮਾਣ ਦਾ ਕੁਰਬਾਨੀ ਉਹ ਹਿੱਸਾ ਹੈ ਜਿਹਨੂੰ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹਨਾਂ ਕੁਰਬਾਨੀਆਂ ਦਾ ਜ਼ਿਕਰ ਕਿਸੇ ਨਾਮ ਨਾਲ ਨਹੀਂ ਕੀਤਾ, ਕਿਉਂਕਿ ਬੰਦ ਹੋ ਸਕਦਾ ਹੋਰ ਵੀ ਸਿਰਫ ਸਾਨੂੰ ਭਾਈ ਮਨੀ ਸਿੰਘ ਜੀ ਦੀ ਯਾਦ ਆਉਂਦੀ ਹੈ। ਇਤਿਹਾਸ ਵਿੱਚ ਹੋਰ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਇਹ ਸਜ਼ਾਵਾਂ ਦਿੱਤੀਆਂ ਗਈਆਂ ਸਿਧਾਂਤ ਦੇ ਉੱਤੇ ਪਹਿਰਾ ਦੇਣ ਲਈ। ਤੋਂ ਬੰਦ ਕਟਾਉਣ ਵਾਲੇ ਇਹ ਅਮਰ ਸ਼ਹੀਦ ਅਸੀਂ ਲਫ਼ਜ਼ ਵਰਤਦੇ ਹਾਂ, ਜੋ 18ਵੀਂ ਸਦੀ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਤੋ ਇਹ ਜਿਹੜੀ ਸਿੱਖ ਦੀ ਅਰਦਾਸ ਸੀ, ਪੰਥਕ ਅਰਦਾਸ ਤੋਂ ਪਹਿਲਾਂ ਵੀ ਇਉਂ ਜਾਪਦਾ ਹੈ ਕਿ ਜਦੋਂ ਸਿੱਖ ਕੁਰਬਾਨੀਆਂ ਤੋਂ ਬਾਅਦ ਰਾਜ ਭਾਗ ਲੈਣ ਦੇ ਯੋਗ ਹੋਏ ਤਾਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਇਹ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ। ਭਾਈ ਮਨੀ ਸਿੰਘ, ਜਿਨ੍ਹਾਂ ਦਾ ਇਤਿਹਾਸ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਹੈ, ਯੋਗਦਾਨ ਕਿਸ ਤਰ੍ਹਾਂ ਨਾ ਹੋਵੇ। ਇਹਨਾਂ ਦੇ ਪੁੱਤਰ ਭਾਈ ਮਾਈ ਦਾਸ, 12 ਪੁੱਤਰ ਸਨ ਭਾਈ ਮਾਈ ਦਾਸ ਜੀ ਦੇ। ਇਹਨਾਂ ਦੇ ਪਿਤਾ ਦਾ ਨਾਮ ਭਾਈ ਮਾਈ ਦਾਸ। 12 ਪੁੱਤਰ ਸਨ, ਇਹਨਾਂ ਵਿੱਚੋਂ ਕੇਵਲ ਇੱਕ ਅਮਰਚੰਦ ਨੂੰ ਛੱਡ ਕੇ 11 ਬੱਚੇ ਸ਼ਹੀਦ ਹੋਏ। ਹੁਣ ਇਹ ਪਰਿਵਾਰ ਨੂੰ ਭੁੱਲ ਕਿਵੇਂ ਸਕਦੇ ਹਾਂ? ਭਾਈ ਮਨੀ ਸਿੰਘ ਜੀ ਦੇ 7 ਪੁੱਤਰ ਸ਼ਹੀਦ ਹੋਏ 10 ਵਿੱਚੋਂ। ਭਾਈ ਮਨੀ ਸਿੰਘ ਜੀ ਦੇ ਸਹੁਰਾ ਭਾਈ ਲੱਖੀ ਸ਼ਾਹ ਬੰਜਾਰਾ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੰਸਕਾਰ ਕੇ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ, ਕਿਉਂਕਿ ਉਹਨਾਂ ਦੀ ਬੇਟੀ ਬੀਬੀ ਸੀਤੋ ਜੀ ਦਾ ਵਿਆਹ ਭਾਈ ਮਨੀ ਸਿੰਘ ਜੀ ਨਾਲ ਹੋਇਆ ਸੀ। ਪਰਿਵਾਰ ਹੀ ਸਾਰਾ ਕੁਰਬਾਨੀਆਂ ਨਾਲ ਭਰਿਆ ਹੋਇਆ। ਭਾਈ ਮਨੀ ਸਿੰਘ ਜੀ 10 ਭਰਾ ਹੋਰ ਉਹ ਵੀ ਸ਼ਹੀਦ ਹੋਏ। ਇੱਕ 11ਵਾਂ ਜਿਹੜਾ ਭਰਾ ਅਮਰਚੰਦ ਸੀ, ਉਹ ਬਚਪਨ ਵਿੱਚ ਹੀ ਚਲਾਣਾ ਕਰ ਗਿਆ ਸੀ। ਭਾਈ ਜੇਠਾ ਸਿੰਘ 1711 ਵਿੱਚ ਸ਼ਹੀਦ ਹੁੰਦੇ ਹਨ। ਭਾਈ ਦਿਆਲਾ ਜੀ 1675 ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਦੇਗ ਵਿੱਚ ਉਬਲ ਕੇ ਸ਼ਹੀਦ ਹੁੰਦੇ ਹਨ। ਇਹਨਾਂ ਦੇ ਸਕੇ ਭਰਾ ਸਨ ਭਾਈ ਦਿਆਲਾ ਜੀ। ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ 1734 ਦੇ ਵਿੱਚ 1734 ਜੂਨ ਦਾ ਮਹੀਨਾ, ਇਤਿਹਾਸਕਾਰਾਂ ਨੇ 24 ਜੂਨ ਦੀ ਤਰੀਕ ਲਿਖੀ ਹੈ। ਲਾਹੌਰ ਦੇ ਵਿੱਚ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਭਾਈ ਮਨੀ ਸਿੰਘ ਜੀ ਨੂੰ। ਭਾਈ ਦਾਨ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ 1704 ਨੂੰ ਚਮਕੌਰ ਸਾਹਿਬ ਵਿਖੇ ਸ਼ਹੀਦ ਹੁੰਦੇ ਹਨ। ਭਾਈ ਮਾਨ ਸਿੰਘ ਜੀ 1708 ਨੂੰ ਚਿਤੌੜਗੜ੍ਹ ਵਿਖੇ ਸ਼ਹੀਦੀ ਪ੍ਰਾਪਤ ਕਰਦੇ ਹਨ। ਭਾਈ ਰੂਪ ਸਿੰਘ ਜੀ 1711 ਨੂੰ
ਆਪਣੇ ਵੱਡੇ ਭਰਾ ਜੇਠਾ ਸਿੰਘ ਦੇ ਨਾਲ ਲਾਹੌਰ ਦੇ ਕੋਲ ਆਲੋਵਾਲ ਵਿਖੇ ਸ਼ਹੀਦ ਹੁੰਦੇ ਹਨ। ਭਾਈ ਜਗਤ ਸਿੰਘ ਜੀ 1734 ਨੂੰ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦੇ ਨਾਲ ਸ਼ਹੀਦ ਕੀਤੇ ਗਏ। ਭਾਈ ਸੋਹਣ ਚੰਦ ਜੀ 1691 ਵਿੱਚ ਨਦੌਣ ਦੀ ਜੰਗ ਵਿੱਚ ਸ਼ਹੀਦ ਹੋਏ। ਭਾਈ ਲਹਿਣਾ ਜੀ 1696 ਨੂੰ ਗਲੇਰ ਦੀ ਜੰਗ ਵਿੱਚ ਸ਼ਹੀਦ ਹੋਏ। ਭਾਈ ਰਾਏ ਸਿੰਘ ਜੀ 1705 ਨੂੰ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ। ਭਾਈ ਹਠੀ ਚੰਦ ਜੀ 1688 ਨੂੰ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ। ਕਿ 12 ਭਰਾਵਾਂ ਭਾਈ ਮਾਈ ਦਾਸ ਦੇ ਇਹ ਪਰਿਵਾਰ, ਜਿਹਦੇ ਚੋਂ ਭਾਈ ਅਮਰਚੰਦ ਜੀ ਬਚਪਨ ਵਿੱਚ ਚਲਾਣਾ ਕਰ ਗਏ ਤੇ ਬਾਕੀ 11 ਦੇ 11 ਸ਼ਹੀਦ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ। ਇਦੋਂ ਵੱਡੀ ਕੁਰਬਾਨੀ ਕਿਸ ਦੀ ਹੋ ਸਕਦੀ ਹੈ? ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦੇ ਲਈ ਇਦੋਂ ਵੱਡੀ ਕੁਰਬਾਨੀ ਅਸੀਂ ਕਿੱਦਾਂ ਹੋਰ ਸਮਝ ਸਕਦੇ ਹਾਂ? ਤੋ ਇਹ ਬੰਦ ਕਟਾਉਣ ਵਾਲੇ ਉਹ ਪਿਆਰੇ ਗੁਰਸਿੱਖ ਭਾਈ ਮਨੀ ਸਿੰਘ ਜੀ ਆਪ ਜਾਣਦੇ ਹੋ, ਇਹ ਆਪਣੇ ਪਿਤਾ ਜੀ ਦੇ ਨਾਲ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾਂ ਨੂੰ ਕੀਰਤਪੁਰ ਆਏ ਸਨ ਬਚਪਨ ਦੇ ਵਿੱਚ। ਭਾਈ ਮਨੀ ਸਿੰਘ ਜੀ ਦੇ, ਜਿਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਉਦੋਂ ਇਹਨਾਂ ਦਾ ਨਾਮ ਮਨੀ ਰਾਮ ਸੀ ਤੇ ਇਹਨਾਂ ਨੂੰ ਪਿਆਰ ਨਾਲ ਮਨੀਆ ਕਹਿ ਕੇ ਬੁਲਾਉਂਦੇ ਸਨ। ਗੁਰੂ ਜੀ ਨੇ, ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ, ਜਦੋਂ ਇਸ ਬਾਲਕ ਦੇ ਨਾਲ ਪਹਿਲਾ ਮਿਲਾਪ ਹੁੰਦਾ ਤਾਂ ਉਦੋਂ ਇਹ ਬਚਨ ਕੀਤਾ ਸੀ, ਇਹ ਮਣੀਆਂ ਗੁੜੀਆਂ ਹੋਵੇਗਾ। ਭਾਵ ਜੋ ਲਾਈਨ ਜਿਹੜੀ ਮਿਲਦੀ ਹੈ ਇਤਿਹਾਸ ਵਿੱਚ, ਮਣੀਆਂ ਇਹ ਗੁੜੀਆਂ ਹੋਵੇਗਾ ਬੀਚ ਜਗ ਸਾਰੇ। ਵੀ ਇਹ ਜਿਹੜਾ ਮਨੀ ਸਿੰਘ ਹੈ, ਇਹ ਗੁਣਾਂ ਦਾ ਭਰਿਆ ਹੋਇਆ ਸਾਗਰ ਹੈ। ਗੁਰੂ ਹਰਿਰਾਏ ਸਾਹਿਬ ਜੀ ਦੇ ਜਿਹੜੇ ਬੋਲ ਸਨ। ਔਰ ਕਾਫੀ ਦੇਰ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਰਹੇ। ਗੁਰੂ ਹਰਿਰਾਏ ਸਾਹਿਬ ਤੋਂ ਮਗਰੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਉਹ ਬੇਨਤੀ ਸੁਣ ਕੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੋਂ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਨੰਦਪੁਰ ਸਾਹਿਬ ਵਿੱਚ ਉਹਨਾਂ ਦਾ ਟਿਕਣ ਦੀ ਹਦਾਇਤ ਕੀਤੀ ਗਈ। ਤਾਂ ਗੁਰੂ ਹਰਿਰਾਏ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਨੇ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਜੋ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ, ਸ਼ਹੀਦ ਬਿਲਾਸ ਦੇ ਕਰਤਾ ਨੇ ਉਹ ਸੇਵਾ ਦਾ ਜ਼ਿਕਰ ਕੀਤਾ ਹੈ। ਸੇਵਾ ਸੀ ਕਰੰਤ ਤੇ ਰਹੰਤ ਗੁਰ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ। ਇਹ ਪੜ੍ਹਦਾ ਪੜ੍ਹਾਉਂਦਾ ਤੇ ਜਚਾਂਦਾ ਨਹੀਂ ਆਪ ਤਾਈ, ਮਨ ਨੀਵਾ ਮਤ ਉੱਚੀ ਇਹੋ ਦਿਲ ਧਾਰ। ਇਹ ਹਠੀ ਤਪੀ ਪੂਰਾ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਉਚਾਰ। ਇਹ ਸੇਵਾ ਹਰੀ ਇਵੇਂ ਕਿਵੇਂ ਬੀਤ ਗਈ ਬਰਖ ਗਈ, ਯੁੱਧ ਦੇ ਕਰਨ ਵਿੱਚ ਬੜਾ ਹੁਸ਼ਿਆਰ ਸੀ। ਤੋ ਇਹ ਭਾਈ ਮਨੀ ਸਿੰਘ ਜੀ ਦੇ ਸੰਬੰਧ ਵਿੱਚ ਸ਼ਹੀਦ ਬਿਲਾਸ ਦੇ ਕਰਤਾ ਨੇ ਇਹ ਪੰਕਤੀਆਂ ਲਿਖੀਆਂ, ਕਮਾਲ ਦੀਆਂ ਨੇ। ਵੀ ਗੁਰੂ ਦੇ ਕੋਲ ਰਹਿੰਦਾ, ਹਮੇਸ਼ਾ ਗੁਰੂ ਦੀ ਸੇਵਾ ਕਰਨ ਦੀ ਤਤਪਰ ਰਹਿੰਦੇ, ਬਾਣੀ ਦੀਆਂ ਪੋਥੀਆਂ ਲਿਖਦੇ ਔਰ ਤਿਆਰ ਕਰਕੇ ਪੋਥੀਆਂ ਵੰਡਦੇ। ਕੇਵਲ ਬਾਣੀ ਦੀਆਂ ਪੋਥੀਆਂ ਨਹੀਂ ਸੀ ਲਿਖਦੇ, ਪੜ੍ਹਦੇ ਸੀ, ਪੜ੍ਹਾਉਂਦੇ ਸੀ। ਔਰ ਗੁਰੂ ਦਰਬਾਰ ਵਿੱਚ ਕਥਾ ਕਰਨ ਦੀ ਸੇਵਾ ਭਾਈ ਮਨੀ ਸਿੰਘ ਜੀ ਨਿਭਾਉਂਦੇ ਸਨ। ਵਿਦਵਾਨ ਸਨ ਬਹੁਤ ਭਾਈ ਮਨੀ ਸਿੰਘ ਜੀ। ਮਨ ਨੀਵਾਂ ਤੇ ਮੱਤ ਉੱਚੀ, ਜਿਹੜਾ ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ। ਕਿ ਮਨ ਨੀਵਾਂ ਤੇ ਮੱਤ ਉੱਚੀ ਦੇ ਗੁਣਾਂ ਦੇ ਧਾਰਨ ਸਨ ਭਾਈ ਮਨੀ ਸਿੰਘ ਜੀ। ਆਪਣੇ ਸਿਧਾਂਤ ਤੇ ਪੂਰੀ ਤਰ੍ਹਾਂ ਅੜ ਕੇ ਖੜਾਉਣ ਵਾਲੇ ਸਨ। ਸਿੱਖੀ ਸਿਦਕ ਦਾ ਇੱਕ ਤਸਵੀਰ, ਇੱਕ ਪੁਤਲਾ ਸੀ ਭਾਈ ਮਨੀ ਸਿੰਘ। ਔਰ ਸਿੱਖੀ ਸਿਦਕ ਦੀਆਂ ਕਹਾਣੀਆਂ ਇਹਨਾਂ ਦੇ ਜੀਵਨ ਵਿੱਚ ਰਚੀਆਂ ਬਚੀਆਂ ਸਨ। ਕਈ ਵਰ੍ਹੇ ਬੀਤਣ ਤੋਂ ਬਾਅਦ ਗੁਰੂ ਕਾਲ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਆਉਣ ਤੋਂ ਬਾਅਦ ਔਰ ਮਹਾਨ ਕੁਰਬਾਨੀ ਹੋਈ, ਉਹ ਕੁਰਬਾਨੀ ਅੱਜ ਸਿੱਖ ਇਤਿਹਾਸ ਯਾਦ ਕਰਦਾ ਹੈ।
ਉਸ ਕੁਰਬਾਨੀ ਨੂੰ ਅਸੀਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ। ਔਰ ਭਾਈ ਮਨੀ ਸਿੰਘ ਜੀ ਖੰਡੇ ਬਾਟੇ ਦੀ ਪਹੁਲ ਲੈ ਕੇ ਮਣੀ ਰਾਮ ਤੋਂ ਮਨੀ ਸਿੰਘ ਵੀ ਬਣੇ। ਇਤਿਹਾਸ ਇਸ ਗੱਲ ਦੀ ਵੀ ਗਵਾਹੀ ਦਿੰਦਾ ਹੈ। ਤੇ ਜਦੋਂ 1733 ਦੀ ਦੀਵਾਲੀ ਨੂੰ ਭਾਈ ਮਨੀ ਸਿੰਘ ਜੀ ਸੂਬੇਦਾਰ ਜ਼ਕਰੀਆ ਖਾਨ ਨੇ ਤੋਂ ਦੀਵਾਲੀ ਦਾ ਮੇਲਾ ਬਣਾਉਣ ਦੀ ਇਜਾਜ਼ਤ ਮੰਗੀ, ਤਾਂ ਉਹਨੇ ਟੈਕਸ ਦੀ ਗੱਲ ਕੀਤੀ। ਇਤਿਹਾਸ ਨੂੰ ਪਤਾ, ਮੈਂ ਉਹ ਦੁਹਰਾ ਨਹੀਂ ਰਿਹਾ, ਕੇਵਲ ਕੁਰਬਾਨੀ ਦੀ ਗੱਲ ਕਰ ਰਿਹਾ ਹਾਂ ਕਿ ਬੰਦ ਕੱਟ ਕੇ। ਤੇ ਇਹ ਵੀ ਇਤਿਹਾਸ ਲਿਖਦਾ ਹੈ, ਜਦੋਂ ਜਲਾਦ ਉਹਨਾਂ ਦੇ ਹੱਥ ਨੂੰ ਕੱਟਣ ਲੱਗਾ ਤੇ ਕਹਿਣ ਲੱਗੇ, ਤੈਨੂੰ ਹੁਕਮ ਬੰਦ ਕੱਟਣ ਦਾ ਹੈ, ਅੰਗ ਕੱਟਣ ਦਾ ਨਹੀਂ। ਬੰਦ ਕੱਟ, ਇੱਥੋਂ ਲੈ ਕੇ ਇੱਕ ਬੰਦ ਕੱਟ, ਤਦ ਕੀ ਤੇ ਹੁਕਮ ਅਵਗਿਆ ਨਾ ਹੋ ਸਕੇ। ਤਾਂ ਉੱਥੇ ਗੁਰਦੁਆਰਾ ਸ਼ਹੀਦਗੰਜ ਅੱਜ ਲਾਹੌਰ ਵਿੱਚ ਬਣਿਆ ਹੋਇਆ, ਜਿੱਥੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਇਸ ਪਿਆਰੇ ਗੁਰਸਿੱਖ ਦੀ, ਭਾਈ ਮਨੀ ਸਿੰਘ ਜੀ ਦੀ, ਕਿਉਂ ਜਾਂ ਹੋਰ ਵੀ ਜਿਨ੍ਹਾਂ ਨੇ ਬੰਦ ਕਟਾਏ, ਇਤਿਹਾਸ ਵਿੱਚ ਹੋਰ ਵੀ ਹੋ ਸਕਦੇ ਹਨ, ਉਸ ਹਰਮਨ ਪਿਆਰੇ ਗੁਰਸਿੱਖ ਦੀ, ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਗੁਰਸਿੱਖ ਦੀ ਕੁਰਬਾਨੀ ਨੂੰ ਇਸ ਅਰਦਾਸ ਰਾਹੀਂ ਯਾਦ ਕੀਤਾ ਜਾਂਦਾ ਹੈ। ਔਰ ਭਾਈ ਸਾਹਿਬ ਦੇ ਭਤੀਜੇ ਅਗੜ ਸਿੰਘ ਜੀ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਉਸ ਵੇਲੇ ਹਾਕਮ ਅਬਦੁਲ ਰਜ਼ਾਕ ਨੂੰ ਤੇ ਫਤਵਾ ਦੇਣ ਵਾਲੇ ਕਾਜੀ ਨੂੰ, ਜਿਹਨੇ ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ ਦਾ ਫਤਵਾ ਦਿੱਤਾ ਸੀ, ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਇੱਕ ਛੋਟੀ ਮੋਟੀ ਕਹਾਣੀ ਨਹੀਂ ਹੈ, ਛੋਟੀ ਮੋਟੀ ਗਾਥਾ ਨਹੀਂ ਹੈ, ਜਿਹਨਾਂ ਨੂੰ ਅਸੀਂ ਬੰਦ ਕਟਾਏ ਤੱਕ, ਇਹ ਪੂਰਾ ਇਤਿਹਾਸ ਆਪਣੇ ਅੰਦਰ ਇਸਨੇ ਸਮੋ ਕੇ ਰੱਖਿਆ ਹੋਇਆ ਹੈ। ਤਾਂ ਮੈਂ ਸਿਰਫ ਇਹ ਗੱਲ ਕਰ ਰਿਹਾ ਹਾਂ ਵੀ ਦਰਬਾਰ ਸਾਹਿਬ ਦੀ ਪਰੰਪਰਾ ਤੇ ਮਰਿਆਦਾ ਦੀ ਕਾਇਮੀ ਲਈ ਇਹ ਸ਼ਹਾਦਤ ਹੋਈ, ਜਿਹੜੀ ਭਾਈ ਮਨੀ ਸਿੰਘ ਦੀ ਸ਼ਹਾਦਤ ਆਉਂਦੀ ਹੈ। ਤਾਂ ਇਹ ਭਾਈ ਮਨੀ ਸਿੰਘ ਜੀ ਦੀ ਯਾਦ, ਜਿਹੜੀ ਅਸੀਂ ਕਹਿੰਦੇ ਬੰਦ ਕੱਟਣ ਦੀ ਗੱਲ, ਇਹ ਗੱਲ ਜਿਹੜੀ ਹੈ, ਇਹ ਸਾਨੂੰ ਉਸ ਇਤਿਹਾਸ ਨੂੰ ਯਾਦ ਕਰਾਉਂਦੀ ਹੈ, ਜਿਹੜਾ ਇਤਿਹਾਸ ਇਹਨਾਂ ਗੁਰੂ ਪਿਆਰਿਆਂ ਨੇ ਸਾਡੇ ਲਈ ਸਿਰਜਿਆ ਹੈ। ਖੋਪਰੀਆਂ ਲੋਹਾਈਆਂ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਅਗਲਾ ਸ਼ਬਦ ਜਿਹੜਾ ਸਾਡਾ ਆਉਂਦਾ ਹੈ। ਖੋਪਰੀ ਲਹਾਉਣ ਦੀ ਕਹਾਣੀ, ਮਿਥਿਆ ਇਤਿਹਾਸ, ਸਾਖੀ ਭਾਈ ਤਾਰੂ ਸਿੰਘ ਨਾਲ ਸੰਬੰਧਿਤ ਹੈ। ਗੁਰੂ ਦੇ ਪਿਆਰੇ ਸਿੱਖ, ਪਿੰਡ ਪੂਲਾ, ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲੇ, ਧਰਮ ਦੀ ਕਿਰਤ ਕਰਨ ਵਾਲਾ ਇਹ ਪਿਆਰਾ ਗੁਰਸਿੱਖ ਖੇਤਾਂ ਵਿੱਚ ਹਲ ਵਾਹੁੰਦਾ ਹੈ, ਮਿਹਨਤ ਕਰਦਾ ਹੈ। ਜਵਾਨ ਉਮਰ 24-25 ਸਾਲ ਦੀ ਉਮਰ, ਫਿਰ ਕੇਵਲ ਕਿਰਤ ਹੀ ਨਹੀਂ ਕਰਦਾ, ਆਪਣੇ ਅੰਨ ਨੂੰ ਵੰਡ ਕੇ ਵੀ ਛਕਦਾ ਹੈ। ਪਰ ਪੰਥ ਦਾ ਦਰਦ ਰੱਖਣ ਵਾਲਾ ਪਿਆਰਾ ਹੈ ਭਾਈ ਤਾਰੂ ਸਿੰਘ। ਸਾਰੇ ਲੋਕ ਇਹਦੇ ਆਚਰਨ ਦੀਆਂ ਸਿਫਤਾਂ ਵੀ ਕਰਦੇ ਸਨ, ਭਾਵੇਂ ਮੁਸਲਮਾਨ ਸੀ, ਭਾਵੇਂ ਹਿੰਦੂ ਸੀ, ਭਾਵੇਂ ਸਿੱਖ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਨੇ ਲਿਖਿਆ ਹੈ ਕਿ ਜਿਹੜਾ ਵੀ ਬੰਦਾ ਉਸ ਵੇਲੇ ਸਿੱਖਾਂ ਦੀ ਮਦਦ ਕਰਦਾ ਜਾਂ ਸਿੱਖਾਂ ਦੇ ਨਾਲ ਸਹਿਯੋਗ ਦਿੰਦਾ, ਉਸ ਨੂੰ ਵੀ ਕਤਲ ਕਰ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ, ਮੌਤ ਦੇ ਘਾਟ ਪਹੁੰਚਾ ਦਿੱਤਾ ਜਾਂਦਾ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਜੋ ਸਿੰਘਣ ਕੋ ਬਚਾਵੇ, ਸੋ ਨਿਜ ਆਪਣੀ ਜਾਨ ਗਵਾਵੇ, ਆਏ ਸਿੰਘ ਬਤਾਵੇ ਨਾਹੀ, ਵੇ ਵੀ ਆਪਣੀ ਜਾਨ ਗਵਾਹੀ, ਜੋ ਸਿੰਘਣ ਕੋ ਦੇਵੇ ਨਾਜ, ਮੁਸਲਮਾਨ ਕਰੇ ਤਿਸ ਤੇ ਕਾਜ। ਵੀ ਜਿਹੜਾ ਸਿੱਖਾਂ ਨੂੰ ਪਾਣੀ ਪਿਆ ਦੇਵੇ, ਜਾਂ ਘਰ 'ਚ ਰੱਖ ਲਵੇ, ਜਾਂ ਜਾਨ ਬਚਾ ਲਵੇ, ਜਾਂ ਆਪਣੇ ਘਰ ਆਏ ਦੀ ਖਬਰ ਨਾ ਦੇਵੇ, ਉਹਨੂੰ ਇਹ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ। ਤੋ ਐਸ ਸਿੰਘ ਜਗ ਮਾਹੀ, ਸਿੰਘ ਛਕਾਏ ਪੀਜੇ ਨਿਜ ਖਾਹੀ, ਆਪ ਸੋਏ ਪੈ ਨੰਗ ਔਰ ਭੁੱਖ, ਦੇਖ ਸਕੇ ਨੇ ਸਿੰਘਣ ਦੁੱਖ। ਤੋ ਇਹ ਪੰਥ ਪ੍ਰਕਾਸ਼ ਦੇ ਵਿੱਚ ਇਹ ਗੱਲਾਂ ਜਿਹੜੀਆਂ ਹਨ ਸਾਨੂੰ ਲਿਖੀਆਂ ਹੋਈਆਂ ਮਿਲਦੀਆਂ ਹਨ। ਭਾਈ ਤਾਰੂ ਸਿੰਘ ਜੀ ਉਹਨਾਂ ਸਿੱਖਾਂ ਨੂੰ ਲੰਗਰ ਪਾਣੀ ਨਾਲ ਸੇਵਾ ਕਰਦੇ, ਜਿਹੜੇ ਘਰ ਛੱਡ ਕੇ ਕੌਮ ਦੇ ਲਈ ਜੂਝ ਰਹੇ ਸਨ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਪਾਸ ਸ਼ਿਕਾਇਤ ਪੁੱਜਦੀ ਹੈ ਕਿ ਭਾਈ ਤਾਰੂ ਸਿੰਘ ਭੱਜੇ ਹੋਏ ਸਿੱਖਾਂ ਨੂੰ ਪਨਾਹ ਦਿੰਦਾ ਹੈ,
ਉਹਨਾਂ ਦੀ ਸਹਾਇਤਾ ਕਰਦਾ ਹੈ। ਜਗਰੀਆ ਖਾਨ ਨੇ ਬਿਨਾਂ ਕਿਸੇ ਜਾਣਕਾਰੀ, ਬਿਨਾਂ ਤਫਤੀਸ਼ ਦੇ ਜਾਂ ਹੋਰ ਖਬਰ ਲੈਣ ਦੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ। ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਹਾਕਮਾਂ ਦੇ ਅੱਗੇ ਪੇਸ਼ ਕੀਤਾ ਗਿਆ। 25 ਸਾਲ ਦਾ ਗੱਭਰੂ ਹੈ ਭਾਈ ਤਾਰੂ ਸਿੰਘ, ਕੋਈ ਬਜ਼ੁਰਗ ਨਹੀਂ ਸੀ, ਜਵਾਨ 25 ਸਾਲ ਦਾ, ਜਿੰਦ ਮਾਨਣ ਨੂੰ ਕਿਹਦਾ ਦਿਲ ਨਹੀਂ ਕਰਦਾ। ਭਾਈ ਤਾਰੂ ਸਿੰਘ ਨੇ ਕਿਹਾ ਵੀ ਮੈਂ ਸੀਸ ਦੇ ਸਕਦਾ ਹਾਂ, ਸਤਿਗੁਰੂ ਦੇ ਕੇਸਾਂ ਦਾ ਇਹ ਪਵਿੱਤਰ ਜੂੜਾ ਮੈਂ ਤੁਹਾਨੂੰ ਨਹੀਂ ਦੇ ਸਕਦਾ। ਕਿੰਨਾ ਪਿਆਰ ਹੈ ਸਿੱਖੀ ਨੇ। ਉਹਨਾਂ ਨੇ ਸ਼ਰਤ ਰੱਖੀ ਵੀ ਆਪਣੇ ਸਿਰ ਤੇ ਜੂੜਾ ਕੱਟ ਕੇ ਸਾਨੂੰ ਦੇ ਦੇ ਤੇ ਸਲਾਮ ਕਬੂਲ ਕਰ ਲੈ। ਤੇ ਭਾਈ ਸਾਹਿਬ ਦਾ ਜਵਾਬ ਸੀ ਵੀ ਮੈਂ ਸਿਰ ਦੇ ਸਕਦਾ ਹਾਂ, ਲੇਕਿਨ ਇਹ ਕੇਸਾਂ ਦਾ ਜੂੜਾ ਤੁਹਾਨੂੰ ਨਹੀਂ ਦੇ ਸਕਦਾ। ਕਈ ਤਰ੍ਹਾਂ ਦੇ ਨਾਲ ਹੋਰ ਵੀ ਲਾਲਚ, ਡਰਾਵੇ ਜੋ ਹੁਕੂਮਤ ਕਰਦੀ ਆਈ ਹੈ। ਤੇ ਅਖੀਰ ਫਤਵਾ ਦਿੱਤਾ, ਜੇ ਤੂੰ ਜੂੜਾ ਨਹੀਂ ਦੇਣਾ ਤਾਂ ਤੇਰੀ ਖੋਪਰੀ ਲਾ ਦਿੱਤੀ ਜਾਏਗੀ। तो 26 ਜੂਨ 1747 ਇਤਿਹਾਸ ਤਰੀਕਾਂ ਦਾ ਫਰਕ ਹੈ। ਮੈਂ ਪਹਿਲੇ ਬੇਨਤੀ ਕਰਦਿਆਂ ਕਈਆਂ ਨੇ 1737 ਲਿਖਿਆ, ਕਈਆਂ ਨੇ 47 ਲਿਖਿਆ। 10-10 ਸਾਲ ਦੇ ਫਰਕ ਨੇ ਜਿਹੜੇ ਇਸ ਇਤਿਹਾਸ ਦੇ ਵਿੱਚ ਆਉਂਦੇ ਨੇ। ਇਹਨੂੰ ਦੁਬਾਰਾ ਖੋਜ ਦੀ ਲੋੜ ਹੈ, ਸਾਨੂੰ ਇਤਿਹਾਸ ਸਾਂਭਣ ਦੀ ਲੋੜ ਹੈ। ਇਹ ਚੀਜ਼ਾਂ ਸਾਡੇ ਇਤਿਹਾਸਕ ਕਮੀਆਂ ਹਨ, ਕਮਜ਼ੋਰੀਆਂ ਦਰਸਾਉਂਦੀਆਂ ਨੇ। ਜਿਹੜੀਆਂ ਸਾਡੀਆਂ ਕਮਜ਼ੋਰੀਆਂ ਹਨ ਉਹ ਸਾਡੇ ਪ੍ਰਗਟ ਕਰਦੀਆਂ ਹਨ। ਇਤਿਹਾਸ ਅਸੀਂ ਸੰਭਾਲ ਨਹੀਂ ਸਕੇ, ਨਾ ਇਤਿਹਾਸ ਨੂੰ ਅਸੀਂ ਆਪ ਲਿਖ ਸਕੇ। ਤਾਂ ਇਹ ਗੱਲ ਮੰਨੀ ਜਾਂਦੀ ਹੈ ਕਿ ਸ਼ਹੀਦਗੰਜ ਲਾਹੌਰ ਵਾਲੀ ਥਾਂ ਤੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਦਿੱਤੀ ਗਈ। ਰੰਬੀ ਨਾਲ ਜਦੋਂ ਖੱਪਰੀ ਲਾਈ ਤੇ ਉਧਰੋਂ ਜ਼ਕਰੀਆ ਖਾਨ ਦਾ ਕਹਿੰਦੇ ਪਿਸ਼ਾਬ ਬੰਦ ਹੋ ਗਿਆ। ਜ਼ਕਰੀਆ ਖਾਨ ਦੇ ਜਿਹੜੇ ਵੈਦ ਸੀ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਭਾਈ ਤਾਰੂ ਸਿੰਘ ਦੇ ਨਾਲ ਵਧੀਕੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਜਦ ਤੱਕ ਭਾਈ ਤਾਰੂ ਸਿੰਘ ਜੀ ਦੀ ਲੱਥੀ ਹੋਈ ਖੋਪਰੀ ਨਾਲ ਵੀ ਭਾਈ ਸਾਹਿਬ ਜਿਉਂਦੇ ਸਨ। ਇਹ ਵੀ ਇਤਿਹਾਸ ਲਿਖਦਾ ਹੈ। 14 ਜਾਂ 15 ਦਿਨ ਦਾ ਉੱਥੇ ਵੇਰਵਾ ਲਿਖਿਆ ਮਿਲਦਾ ਹੈ ਵੀ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾ ਕੇ ਮਰਿਆ। ਜਦੋਂ ਕਹਿੰਦੇ ਇੱਕ ਸਿਰ 'ਚ ਜੁੱਤੀ ਪੈਂਦੀ ਉਹਦੇ ਪਿਸ਼ਾਬ ਥੋੜਾ ਉਹਨੂੰ ਆ ਜਾਂਦਾ, ਉਹ ਸੁੱਖ ਮਿਲਦਾ, ਆਰਾਮ ਮਿਲਦਾ। ਫਿਰ ਕਹਿੰਦਾ ਹੋਰ ਮਾਰੋ, ਹੋਰ ਮਾਰੋ। ਉਹਦੇ ਜ਼ਕਰੀਆ ਖਾਨ ਦੇ ਮਰਨ ਤੋਂ ਬਾਅਦ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਹੜੇ ਹਨ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਇੱਥੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਗੱਲ ਵੀ ਨਾਲ ਹੀ ਆ ਜਾਂਦੀ ਹੈ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਇਉਂ ਯਾਦ ਕੀਤਾ ਜਾਂਦਾ ਹੈ, ਇਸ ਕਰਕੇ ਯਾਦ ਕੀਤਾ ਜਾਂਦਾ ਹੈ ਵੀ ਉਸਨੇ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਦਿਆਂ ਹੋਇਆਂ, ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਸ ਕੇਸਾਂ ਦੇ ਪੂਰੀ ਤਰ੍ਹਾਂ ਸਤਿਕਾਰ ਕਰਦਿਆਂ ਹੋਇਆਂ ਆਪਣੀ ਸ਼ਹਾਦਤ ਦਿੱਤੀ ਹੈ। ਤਾਂ ਇਸ ਕਰਕੇ ਇਹਨਾਂ ਲਫ਼ਜ਼ਾਂ ਨੂੰ ਅਰਦਾਸ ਵਿੱਚ ਸ਼ਾਮਿਲ ਕੀਤਾ ਗਿਆ। ਖੋਪਰੀਆਂ ਲੋਹਾਈਆਂ ਦਾ ਲਫ਼ਜ਼ ਜਿਹੜਾ ਆਉਂਦਾ ਹੈ। ਅਗਲਾ ਲਫ਼ਜ਼ ਹੈ ਚਰਖੜੀਆਂ ਤੇ ਚੜ੍ਹੇ। ਜਦੋਂ ਹੀ ਚਰਖੜੀਆਂ ਤੇ ਚੜ੍ਹਨ ਦੀ ਗੱਲ ਆਉਂਦੀ ਹੈ ਤੇ ਸਾਡੇ ਅੱਖਾਂ ਦੇ ਸਾਹਮਣੇ ਪਿਓ ਪੁੱਤ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਦੇ ਨਾਮ ਅੱਖਾਂ ਵਿੱਚ ਘੁੰਮ ਜਾਂਦੇ ਹਨ। ਸੁਬੇਗ ਸਿੰਘ ਜੇ ਪਿਤਾ ਜੀ ਸਨ ਉਹ ਮਿਲਵਰਤਨੀਏ ਸਨ। ਹਕੂਮਤ ਦੇ ਵਿੱਚ ਮਿਲਵਰਤਨੀਏ ਉਹਨੂੰ ਕਿਹਾ ਜਾਂਦਾ ਹੈ ਜੋ ਸਰਕਾਰ ਨਾਲ ਮਿਲਵਰਤਨ ਰੱਖਦਾ ਸੀ। ਉਹ ਸਰਕਾਰੀ ਠੇਕੇਦਾਰ ਸਨ। ਜ਼ਕਰੀਆ ਖਾਨ ਦੇ ਦਰਬਾਰ ਵਿੱਚ ਉਹਨਾਂ ਦਾ ਰਸੂਖ ਵੀ ਚੰਗਾ ਸੀ, ਇੱਜ਼ਤ ਵੀ ਚੰਗੀ ਸੀ। ਪਰ ਸਰਕਾਰ ਨਾਲ ਮਿਲਵਰਤਨ ਦੇ ਬਾਵਜੂਦ ਵੀ ਉਹ ਸਿੱਖਾਂ ਦੇ ਹਿੱਤਾਂ ਦੀ ਹਮੇਸ਼ਾ ਹੀ ਸੰਭਾਲ ਕਰਦੇ ਸਨ। ਹੁਣ ਗਲਤ ਸਾਰੀ ਇਹ ਸੀ, ਸੰਬੰਧ ਰੱਖਣੇ ਮਾੜੀ ਗੱਲ ਨਹੀਂ, ਪਰ ਸਰਕਾਰਾਂ ਨਾਲ, ਹਕੂਮਤਾਂ ਨਾਲ ਸੰਬੰਧ ਰੱਖ ਕੇ ਨਿੱਜੀ ਮਫਾਦ ਪੂਰੇ ਕਰਨੇ ਇਹ ਕੌਮ ਦਾ ਧੋਖਾ ਹੈ ਜੋ ਅੱਜ ਵਾਪਰ ਰਿਹਾ ਹੈ ਸਾਡੇ ਨਾਲ। ਸਾਡਾ ਦੁਖਾਂਤ ਹੈ ਅੱਜ ਹਕੂਮਤਾਂ ਦੇ ਨਾਲ ਸੰਬੰਧ ਕੌਮ ਲਈ ਨਹੀਂ ਬਣਾਏ ਜਾ ਰਹੇ। ਅੱਜ ਹਕੂਮਤਾਂ ਦੇ ਨਾਲ ਸੰਬੰਧ ਆਪਣੇ ਨਿੱਜੀ ਫਾਇਦੇ ਉਠਾਉਣ ਲਈ ਬਣਾਏ ਜਾ ਰਹੇ ਹਨ, ਆਪਣੇ ਕੇਸਾਂ ਨੂੰ ਦਬਾਉਣ ਲਈ ਬਣਾਏ ਜਾ ਰਹੇ ਹਨ, ਆਪਣੇ ਆਪ ਨੂੰ ਕਹਿੰਦੇ ਹੰਕਾਰ ਦੀਆਂ ਟੀਸੀਆਂ ਤੇ ਚੜ੍ਹਨ ਲਈ ਸਮਾਜ ਵਿੱਚ ਟੌਹਰ ਬਣਾਉਣ ਲਈ ਬਣਾਏ ਜਾ ਰਹੇ ਹਨ। ਇਹ ਸੁਭਾਅ ਹੈ, ਮਨੁੱਖੀ ਸੁਭਾਅ। ਪਰ ਭਾਈ ਸੁਬੇਗ ਸਿੰਘ ਜੀ
ਸਰਕਾਰੀ ਠੇਕੇਦਾਰ ਜ਼ਰੂਰ ਸਨ, ਪਰ ਸਿੱਖੀ ਨੂੰ ਕਦੀ ਆਪਣੇ ਜੀਵਨ 'ਚੋਂ ਇੱਧਰ ਉੱਧਰ ਨਹੀਂ ਹੋਣ ਦਿੱਤਾ। ਉਹਨਾਂ ਦੀ ਇੱਜ਼ਤ ਸੀ ਸਰਕਾਰ ਦਰਬਾਰ ਵਿੱਚ, ਔਰ ਸਿੱਖਾਂ ਵਿੱਚ ਵੀ ਪੂਰੀ ਇੱਜ਼ਤ ਸੀ, ਕਿਉਂਕਿ ਸਰਕਾਰ ਦੇ ਨਾਲ ਮਿਲਵਰਤਨ ਹੋਣ ਦੇ ਬਾਵਜੂਦ ਵੀ ਉਹ ਸਿੰਘਾਂ ਦੇ ਹਿੱਤਾਂ ਦੀ ਸੰਭਾਲ ਜਿਹੜੇ ਕਰਦੇ ਰਹਿੰਦੇ ਸਨ। ਜ਼ਕਰੀਆ ਨੂੰ ਦਿੱਲੀ ਤੋਂ, ਜ਼ਕਰੀਆ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਦਿੱਲੀ ਤੋਂ ਹੁਕਮ ਹੋਇਆ ਕਿ ਸਿੰਘਾਂ ਵੱਲ ਸਰਕਾਰ ਦੇ ਰਵੱਈਏ ਵਿੱਚ ਥੋੜੀ ਚੇਂਜ ਲਿਆਂਦੀ ਜਾਏ। ਸਿੰਘਾਂ ਨੂੰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਕਿ ਸਖਤੀ ਦੇ ਨਾਲ ਅਸੀਂ ਇਹਨਾਂ ਨੂੰ ਕਾਬੂ ਨਹੀਂ ਕਰ ਸਕੇ। ਤਸ਼ੱਦਦ ਦੀ ਥਾਂ ਤੇ ਮਿਲਵਰਤਨ ਨਾਲ ਉਹਨਾਂ ਨੂੰ ਆਪਣੇ ਵੱਲ ਖਿੱਚਣ ਦਾ ਮਨਸੂਬਾ ਬਣਾਇਆ। ਬਿਲਕੁਲ ਇਉਂ ਹੀ ਜਿਵੇਂ ਅੱਜ ਦੀ ਹੁਕੂਮਤ ਸਿੱਖਾਂ ਦੇ ਨਾਲ ਇਹ ਕੰਮ ਕਰ ਰਹੀ ਹੈ। ਲੋਪਾ ਪਿਉਚਾ ਪਾਚੀ, ਲੇਪਾ ਲੇਪੀ ਜੋ ਅੱਜ ਹੋ ਰਹੀ ਹੈ, ਉਹ ਤੁਸੀਂ ਸਮਝਦੇ ਹੋਵੋਗੇ। ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਪੁਰਬ ਵੀ ਆਜ਼ਾਦੀ ਨਾਲ ਨਾ ਮਨਾ ਸਕੇ। ਜਿਨ੍ਹਾਂ ਨੂੰ ਸਤਿਗੁਰੂ ਦੇ ਜੀਵਨ ਇਤਿਹਾਸ ਦਾ ਪਤਾ ਨਹੀਂ, ਉਹਨਾਂ ਨੂੰ ਅਸੀਂ ਸਭ ਤੋਂ ਅੱਗੇ ਲਿਆ ਕੇ ਖੜੇ ਕਰ ਦਿੱਤਾ। ਉਹਨਾਂ ਨੂੰ ਸਟੇਜਾਂ ਸੌਂਪ ਦਿੱਤੀਆਂ ਕਿ ਸਿੱਖ ਇੰਨੇ ਜੋਗੇ ਵੀ ਨਹੀਂ ਰਹੇ ਕਿ ਅਸੀਂ ਆਪਣੇ ਗੁਰੂ ਦੀ ਯਾਦ, ਗੁਰੂ ਦਾ ਆਗਮਨ ਆਪਣੇ ਬਲ ਦੇ ਉੱਤੇ ਮਨਾ ਸਕਦੇ। ਬੜੀ ਹੈਰਾਨੀ ਦੀ ਗੱਲ ਹੈ। ਇਸ ਮਿਲਵਰਤਨ ਵਿੱਚ ਗਦਾਰੀ ਦੀ ਬਦਬੂ ਆਉਂਦੀ ਹੈ, ਪਰ ਜਿਹੜਾ ਮਿਲਵਰਤਨ ਭਾਈ ਸੁਬੇਗ ਸਿੰਘ ਦਾ ਸੀ, ਉਹ ਮਿਲਵਰਤਨ ਸਿੱਖੀ ਭਗਤੀ ਦੀ ਖੁਸ਼ਬੂ ਖਿਲਾਰਦਾ ਹੈ। ਉਹ ਮਿਲਵਰਤਨ ਇਸ ਤਰ੍ਹਾਂ ਦਾ ਸੀ। ਤਾਂ ਉਸ ਦਿੱਲੀ ਤੋਂ ਮਿਲੀ ਹਦਾਇਤ ਅਨੁਸਾਰ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਕੀਤੀ। ਪੇਸ਼ਕਸ਼ ਉਹਨਾਂ ਨੇ ਭਾਈ ਸੁਬੇਗ ਸਿੰਘ ਦੇ ਰਾਹੀਂ ਕੀਤੀ, ਕਿਉਂਕਿ ਭਾਈ ਸੁਬੇਗ ਸਿੰਘ ਸਿੱਖਾਂ ਵਿੱਚ ਵੀ ਸਤਿਕਾਰ ਰੱਖਦਾ ਸੀ ਤੇ ਹਕੂਮਤ ਵਿੱਚ ਵੀ ਉਹਦਾ ਸਤਿਕਾਰ ਸੀ। ਉਹਨਾਂ ਨੇ ਜਗੀਰ ਦੀ ਤੇ ਨਵਾਬੀ ਦੀ, ਜਦੋਂ ਉਸ ਵੇਲੇ ਕੌਮ ਦੀ ਅਗਵਾਈ ਨਵਾਬ ਕਪੂਰ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ ਜੀ ਤੇ ਹੋਰ ਜਰਨੈਲ ਕਰ ਰਹੇ ਸਨ, ਉਹਨਾਂ ਨੇ ਜਗੀਰ ਨੂੰ ਸਵੀਕਾਰ ਕਰਨ ਦੇ ਲਈ ਸਿੰਘਾਂ ਨੂੰ ਤਿਆਰ ਕਰਨ ਲਈ ਸੁਬੇਗ ਸਿੰਘ ਦੀ ਡਿਊਟੀ ਲਾ ਦਿੱਤੀ। ਸੁਬੇਗ ਸਿੰਘ ਦੀ ਨਵਾਬੀ ਦੀ ਖਿਲਤ ਤੇ ਜਗੀਰ ਦਾ ਪਟਾ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਹਨ। ਉੱਥੇ ਜੋ ਮੋਹਰੀ ਸਿੱਖ ਸਨ ਉਸ ਵੇਲੇ ਦੀਵਾਨ ਦੇ ਵਾਰਾ ਸਿੰਘ, ਬਾਬਾ ਬੁੱਢਾ ਸਿੰਘ ਜੀ ਢੀਸੀ, ਜੱਸਾ ਸਿੰਘ ਜੀ ਆਹਲੂਵਾਲੀਆ, ਭਾਈ ਥਰਾਜ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਗੁਰਜਾ ਸਿੰਘ ਜੀ, ਕੁਛ ਨਾਮ ਮਿਲਦੇ ਇਹਨਾਂ ਇਤਿਹਾਸ ਵਿੱਚ। ਉਸ ਵੇਲੇ ਇਹ ਮੁੱਢੀ ਸਿੱਖਾਂ ਦੇ ਵਿੱਚ ਸਨ। ਤਾਂ ਇਹ ਜਦੋਂ ਉੱਥੇ ਜਗੀਰ ਲੈ ਕੇ ਪਹੁੰਚੇ, ਪਹਿਲਾਂ ਤਾਂ ਸੁਬੇਗ ਸਿੰਘ ਨੂੰ ਉਹਨਾਂ ਨੇ ਮਿਲਵਰਤਨੀਆਂ ਹੋਣ ਦੇ ਨਾਤੇ ਤਨਖਾਹੀਆ ਕਰਾਰ ਦੇ ਦਿੱਤਾ, ਤੇ ਤਨਖਾਹ ਲਾਉਣ ਤੋਂ ਬਾਅਦ ਮਗਰੋਂ ਸੰਗਤ ਅੱਗੇ ਬੇਨਤੀ ਕਰਨ ਦੀ, ਜਾਂ ਇਹ ਕਹਿ ਲਈਏ ਪੇਸ਼ ਕਰਨ ਦੀ ਆਗਿਆ ਦਿੱਤੀ। ਜਦੋਂ ਨਵਾਬੀ ਦੀ ਖਿਲਤ ਪੇਸ਼ ਕੀਤੀ ਗਈ ਤਾਂ ਸਿੱਖਾਂ ਨੇ ਉਸ ਸ਼ਾਹੀ ਸੁਗਾਤਾਂ ਲੈਣ ਤੋਂ ਇਨਕਾਰ ਕਰ ਦਿੱਤਾ। ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ ਮਿਲਦਾ ਹੈ, ਹਮਕੋ ਸਤਿਗੁਰ ਬਚਨ ਪਾਤਸ਼ਾਹੀ, ਹਮਕੋ ਜਾਬਤ ਢਿੱਗ ਸੋ ਆਈ। ਵੀ ਸਾਨੂੰ ਪਾਤਸ਼ਾਹ ਨੇ ਬਚਨ ਕੀਤਾ ਹੈ, ਨਵਾਬੀ ਸਾਡੀ ਪਾਤਸ਼ਾਹ ਨੇ ਲਿਖ ਕੇ ਦਿੱਤੀ ਹੈ। ਪਾਤਸ਼ਾਹ ਛੋੜ ਕਿਮ ਲਹੇ ਨਵਾਬੀ, ਅਸੀਂ ਉਹ ਪਾਤਸ਼ਾਹੀ ਛੱਡ ਕੇ ਤੇ ਤੇਰੀ ਨਵਾਬੀ ਲਈਏ। ਪਰਾਧੀਨ ਜੇ ਖਾਏ ਮਾਹੇ ਖਰਾਬੀ, ਵੀ ਪਰਾਧੀਨ ਹੋ ਕੇ ਅਸੀਂ ਕਿਉਂ ਜ਼ਿੰਦਗੀ ਜੀਏ। ਸਿੱਖਾਂ ਦਾ ਜਿਹੜਾ ਅਗਲਾ ਜਵਾਬ ਸੀ, ਭਾਈ ਸੁਬੇਗ ਸਿੰਘ ਜੀ ਨੇ ਸਾਰੀ ਗੱਲ ਸਮਝਾਈ, ਬਾਰ-ਬਾਰ ਬੇਨਤੀ ਕੀਤੀ ਕਿ ਇਹ ਨਵਾਬੀ ਪੰਥ ਦੇ ਕਿਸੇ ਸੇਵਕ ਨੂੰ ਦਿੱਤੀ ਜਾਵੇ। ਤਾਂ ਉਸ ਵੇਲੇ ਭਾਈ ਕਪੂਰ ਸਿੰਘ ਜੀ, ਜੋ ਸੰਗਤ ਵਿੱਚ ਸੰਗਤਾਂ ਦੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰ ਰਹੇ ਸਨ, ਉਹਨਾਂ ਨੂੰ ਇਹ ਨਵਾਬੀ ਜਿਹੜੀ ਸੀ ਉਹ ਦਿੱਤੀ ਗਈ। ਪਰ ਉਹਨਾਂ ਨੇ ਵੀ ਨਵਾਬੀ ਦੀ ਪੇਸ਼ਕਸ਼ ਠੁਕਰਾ ਦਿੱਤੀ। ਪਰ ਬਾਅਦ ਵਿੱਚ ਸਿੱਖਾਂ ਦੇ ਬਾਰ-ਬਾਰ ਕਹਿਣ ਦੇ ਉੱਤੇ, ਔਰ ਇਹ ਕਹਿ ਲਿਆ ਜਾਏ ਕਿ ਮੁਖੀ ਸਿੱਖਾਂ ਦੇ ਦੇਸ਼ ਦੇ ਉੱਤੇ ਉਹਨਾਂ ਨੇ ਜਦੋਂ ਨਵਾਬੀ ਲੈਣ ਦੀ ਪ੍ਰਵਾਨ ਕੀਤੀ ਤਾਂ ਸ਼ਰਤ ਰੱਖ ਦਿੱਤੀ, ਇੱਕ ਤਾਂ ਨਵਾਬੀ ਮੈਨੂੰ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੋ ਕੇ,
ਦਿੱਤੀ ਜਾਵੇ ਔਰ ਮੇਰੇ ਪਾਸੋਂ ਘੋੜਿਆਂ ਦੇ ਲਿੱਦ ਚੁੱਕਣ ਦੀ ਸੇਵਾ ਨਾ ਖੋਈ ਜਾਵੇ। ਉਹਨਾਂ ਦੀ ਸ਼ਰਤ ਰੱਖੀ, ਜਿਹੜੀ ਸ਼ਰਤ ਪ੍ਰਵਾਨ ਕੀਤੀ ਗਈ। ਇਤਿਹਾਸ ਲਿਖਦਾ ਕਿ ਸਵੇਗ ਸਿੰਘ ਦਾ ਪੁੱਤਰ ਸ਼ਹਬਾਜ਼ ਸਿੰਘ ਇੱਕ ਇਸਲਾਮੀ ਸਕੂਲ ਵਿੱਚ ਮਦਰਸੇ 'ਚ ਪੜ੍ਹਦਾ ਸੀ। ਕਾਜੀ ਦੇ ਕੋਲੋਂ ਜਿਹਦੇ ਕੋਲੋਂ ਉਹ ਵਿੱਦਿਆ ਲੈ ਰਿਹਾ ਸੀ, ਕਾਜੀ ਨੂੰ ਬੜਾ ਪਸੰਦ ਸੀ, ਚੰਗਾ ਲੱਗਦਾ ਸੀ। ਔਰ ਕਾਜੀ ਦੇ ਮਨ ਆਇਆ ਕਿ ਜੇ ਇਹ ਇੰਨਾ ਖੂਬਸੂਰਤ ਹੈ, ਜੇ ਇਹ ਕਿਤੇ ਮੁਸਲਮਾਨ ਬਣ ਜਾਏ ਤਾਂ ਮੈਂ ਆਪਣੀ ਲੜਕੀ ਦਾ ਵਿਆਹ ਇਹਦੇ ਨਾਲ ਕਰ ਦਿਆਂ। ਉਹ ਕਾਜੀ ਨੇ ਸ਼ਹਬਾਜ਼ ਸਿੰਘ ਨੂੰ ਹੌਲੀ ਹੌਲੀ ਕਰਕੇ ਪ੍ਰੇਰਨਾ ਸ਼ੁਰੂ ਕੀਤਾ ਤੇ ਉਸਨੇ ਘਰ ਆ ਕੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ। ਪਿਤਾ ਨੇ ਕਿਹਾ, ਬੇਟਾ ਤੇਰੇ ਸਾਹਮਣੇ ਉਹਨਾਂ ਚਾਰ ਸਾਹਿਬਜ਼ਾਦਿਆਂ ਦੀ ਮਿਸਾਲ ਮੌਜੂਦ ਹੈ ਜਿਨ੍ਹਾਂ ਅਸੀਸ ਦਿੱਤਾ ਸੀ ਪਰ ਧਰਮ ਨਹੀਂ ਹਾਰਿਆ। ਤੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਪੁੱਤਰ ਹੈ। ਕਿਸੇ ਲਾਲਚ ਵਿੱਚ ਜਾਂ ਨਵਾਬੀ ਦੇ ਲਾਲਚ ਜਾਂ ਹੋਰ ਲਾਲਚ ਵਿੱਚ ਨਾ ਆ ਜਾਈਂ। ਇਹ ਬੜਾ ਕਮਾਲ ਦਾ ਉਸਲੇ ਸੰਦੇਸ਼ ਸੀ ਆਪਣੇ ਪੁੱਤਰ ਲਈ ਕਿ ਤੂੰ ਵੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ। ਕਿਸੇ ਲਾਲਚ ਵਿੱਚ ਨਾ ਆਈ, ਸੀਸ ਦੇ ਦੇਈਂ ਪਰ ਸਿਦਕ ਤੋਂ ਪਿੱਛੇ ਨਾ ਹਟੀ, ਸਿਦਕ ਨਾ ਹਾਰੀ। ਕਾਜੀ ਪ੍ਰੇਰਦਾ ਸੀ ਤਾਂ ਸ਼ਹਬਾਜ਼ ਸਿੰਘ ਚੁੱਪ ਰਹਿੰਦਾ ਸੀ, ਪਰ ਪਿਤਾ ਨੇ ਜਦੋਂ ਇਹ ਗੱਲ ਸਮਝਾ ਦਿੱਤੀ ਤਾਂ ਉਸਨੇ ਕਾਜੀ ਨੂੰ ਕੋਰੀ ਨਾ ਕਰ ਦਿੱਤੀ। ਬੜਾ ਤੜਫਿਆ ਕਾਜੀ। ਉਸਨੇ ਝੂਠਾ ਤੇ ਮਨ ਘੜਤ ਇਲਜ਼ਾਮ ਲਾਇਆ ਕਿ ਇਹ ਇਸਲਾਮ ਦੇ ਖਿਲਾਫ ਬੋਲਦਾ ਹੈ, ਜਿਸ ਕਰਕੇ ਦੋਨਾਂ ਨੂੰ, ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ। ਦੋਨਾਂ ਨੂੰ ਹੀ ਆਪਣਾ ਧਰਮ ਛੱਡਣ ਦੇ ਲਈ ਤੇ ਇਸਲਾਮ ਕਬੂਲਣ ਲਈ ਕਿਹਾ ਗਿਆ, ਪਰ ਇਹਨਾਂ ਨੇ ਇਨਕਾਰ ਕਰ ਦਿੱਤਾ ਤੇ ਫਿਰ ਇਹਨਾਂ ਨੂੰ ਚਰਖੜੀਆਂ ਤੇ ਚੜ੍ਹਨ ਦਾ ਹੁਕਮ ਜਿਹੜਾ ਸੀ ਇਹ ਕੀਤਾ ਗਿਆ। ਚਰਖੜੀ ਕੀ ਹੁੰਦੀ ਹੈ? ਇੱਕ ਵੱਡਾ ਸਾਰਾ ਇਸ ਤਰ੍ਹਾਂ ਗੋਲਾ ਚੱਕਾ ਹੁੰਦਾ, ਜਿੱਦਾਂ ਹਰਟ ਦੀਆਂ ਟਿੰਡਾਂ ਜਿੱਦਾਂ ਲੱਗੀਆਂ ਹੁੰਦੀਆਂ ਨੇ, ਬਿਲਕੁਲ ਉਸੇ ਤਰ੍ਹਾਂ ਇਸ ਤਰ੍ਹਾਂ ਘੁੰਮਦੀ ਹੈ। ਇਹਦੇ ਇਰਦ ਗਿਰਦ ਆਸ-ਪਾਸ ਲੰਬੀਆਂ ਲੰਬੀਆਂ ਲੋਹੇ ਦੀਆਂ ਛੁਰੀਆਂ ਬਣਾ ਕੇ ਉਹ ਲੱਗੀਆਂ ਹੁੰਦੀਆਂ ਨੇ, ਜਿਹਦੇ ਉੱਤੇ ਬੰਦੇ ਨੂੰ ਬੰਨ੍ਹ ਕੇ ਉਹਨਾਂ ਦੇ ਉੱਤੇ ਚਰਖੜੀਆਂ ਨੂੰ ਇਸ ਤਰ੍ਹਾਂ ਲਗਾਇਆ ਜਾਂਦਾ ਤੇ ਜਿਵੇਂ ਜਿਵੇਂ ਬੰਦੇ ਦੇ ਸਰੀਰ 'ਚ ਖੁੱਭਦੀਆਂ ਹਨ, ਉਹਨਾਂ ਦੇ ਤੁੰਬਾ ਉੱਡਦਾ ਹੈ। ਇਹ ਬੜਾ ਹੀ ਘਿਨਾਉਣਾ ਇੱਕ ਤਰੀਕਾ ਹੈ ਬੰਦੇ ਨੂੰ ਮਾਰਨ ਦਾ, ਜਾਂ ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਲਈਏ ਤਸੀਹੇ ਦੇਣ ਦਾ। ਬੜਾ ਘਿਨਾਉਣਾ ਤਰੀਕਾ ਹੈ। ਇਹ ਹੈ ਚਰਖੜੀਆਂ ਦਾ ਇਤਿਹਾਸ, ਜਿਹੜਾ ਲਾਹੌਰ ਦੇ ਸਿੱਖਾਂ ਨੇ ਜੋ ਸੂਬੇ ਸਵੇਗ ਸਿੰਘ ਨੂੰ ਬੜਾ ਪਿਆਰ ਕਰਦੇ ਸੀ। ਕਿਉਂਕਿ ਉਹ ਸਵੇਗ ਸਿੰਘ ਸਰਕਾਰੀ ਦਰਬਾਰੇ ਵਿੱਚ ਵੀ ਖਬਰ ਦਿੰਦਾ ਸੀ ਤੇ ਇੱਧਰ ਵੀ ਖਬਰ ਦਿੰਦਾ ਸੀ। ਜਦੋਂ ਸਵੇਗ ਸਿੰਘ ਦੇ ਇਹ ਖਬਰ ਮਿਲੀ, ਇਹ ਗੱਲ ਚੱਲੀ, ਉਹਨਾਂ ਨੇ ਫਿਰ ਕਿਹਾ, ਤੂੰ ਇਸਲਾਮ ਕਬੂਲ ਕਰ ਲੈ, ਤੇਰੀ ਕੁੱਲ ਵੀ ਹੈ ਖਤਮ ਹੋ ਜਾਏਗੀ, ਤੇਰੇ ਕੁੱਲ 'ਚ ਕੋਈ ਨਹੀਂ ਬਚੇਗਾ। ਚਰਖੜੀਆਂ ਤੇ ਬਿਠਾ ਕੇ ਉੱਤੇ ਇਸ ਤਰ੍ਹਾਂ ਲਟਾ ਕੇ ਬੰਨਿਆ ਗਿਆ। ਭਾਈ ਸਵੇਗ ਸਿੰਘ ਦਾ ਜਵਾਬ ਸੀ, ਹਮ ਕਾਰਨ ਗੁਰਕੁਲ ਗਵਾਈ, ਹਮ ਕੁੱਲ ਰਾਖੇ ਕੌਣ ਵਡਾਈ। ਵੀ ਸਾਡੇ ਵਾਸਤੇ ਤਾਂ ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਕੁੱਲ ਖਤਮ ਕਰ ਦਿੱਤੀ ਤੇ ਅਸੀਂ ਕੁੱਲ ਰੱਖ ਕੇ ਕਿਹੜੀ ਵਡਾਈ ਲੈ ਲਾਂਗੇ। ਇਹ ਕੁਰਬਾਨੀ ਹੈ, ਇਹ ਕੁਰਬਾਨੀ ਦਾ ਸਿਖਰ ਹੈ। ਦੂਜੇ ਲਫ਼ਜ਼ਾਂ 'ਚ ਮੈਂ ਇਹ ਗੱਲ ਕਹਿ ਦਿਆਂ, ਇਹ ਕੁਰਬਾਨੀ ਦਾ ਸਿਖਰ ਹੈ। ਤਾਂ ਪਹਿਲਾਂ ਭਾਈ ਸਵੇਗ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ, ਉਹ ਤਾਂ ਅਕਾਲ ਅਕਾਲ ਕਾਰ ਕਰਦੇ ਜਕਾਰੇ ਗਜਾਉਂਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ। ਜਦੋਂ ਸ਼ਹਬਾਜ਼ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ, ਫਿਰ ਉਹ ਵੀ ਜਕਾਰੇ ਗਜਾਉਂਦਾ ਹੀ ਆਪਣੀ ਸ਼ਹੀਦੀ ਤੇ ਪਹੁੰਚ ਗਿਆ। ਤੋ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ ਉਹਨਾਂ ਸ਼ਹੀਦਾਂ ਨੇ, ਜਿਨ੍ਹਾਂ ਨੇ ਹਕੂਮਤ ਦੀ ਪਰਵਾਹ ਨਾ ਕਰਦਿਆਂ ਆਪਣੇ ਸੁੱਖ ਆਰਾਮ ਤਿਆਗ ਕੇ ਵੀ ਆਪਣੀ ਕੌਮ ਲਈ, ਆਪਣੇ ਸਿਧਾਂਤ ਲਈ, ਸਿੱਖੀ ਨੂੰ ਦਾਗ ਨਾ ਲੱਗਣ ਦੇ ਲਈ ਮਨ ਦਾ ਚਾਉ ਘਨੇਰੇ ਨਾਲ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਹਨਾਂ ਨੂੰ ਕਿਹਾ ਜਾਂਦਾ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਆਰਿਆਂ ਨਾਲ ਚਿਰਦਿਆਂ ਸਾਡੇ ਸਾਹਮਣੇ ਭਾਈ ਮਤੀ ਦਾਸ ਦੀ ਤਸਵੀਰ ਆ ਜਾਂਦੀ ਹੈ। ਇੱਕ ਤਸੀਹਾਂ ਦੇ ਵਿੱਚੋਂ ਇੱਕ ਤਸੀਹਾ ਆਰਿਆਂ ਨਾਲ ਚੀਰਨਾ ਵੀ ਸੀ। ਦੋ ਸ਼ਤੀਰੀਆਂ ਦੇ ਵਿਚਾਰ ਬੰਨ੍ਹ ਕੇ, ਸਿਰ ਉੱਤੇ ਆਰਾ ਰੱਖ ਕੇ
ਪੈਰ ਤੱਕ ਦਫਾੜ ਕਰ ਦਿੱਤਾ ਜਾਂਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਉਹਨਾਂ ਦੇ 3 ਸਾਥੀ ਸਿੰਘ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਜੀ ਨੇ ਇਸਲਾਮ ਕਬੂਲਣ ਦੀ ਸ਼ਰਤ ਨਾ ਮੰਨੀ ਤਾਂ ਭਾਈ ਮਤੀ ਦਾਸ ਜੀ ਨੂੰ ਸੱਦਿਆ ਗਿਆ। ਉਹਨਾਂ ਦੇ ਅੱਗੇ ਵੀ ਸ਼ਰਤਾਂ ਰੱਖੀਆਂ ਗਈਆਂ, ਪਰ ਭਾਈ ਮਤੀ ਦਾਸ ਜੀ ਸਿੱਖੀ ਸਿੱਧਕ ਦੇ ਨਮੂਨੇ ਸਨ। ਉਹਨਾਂ ਨੂੰ ਕਾਜ਼ੀ ਅੱਗੇ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨੇ ਕਿਹਾ, ਸਲਾਮ ਕਬੂਲ ਕਰੋਗੇ ਕਿ ਮੌਤ? ਤਾਂ ਭਾਈ ਮਤੀ ਦਾਸ ਨੇ ਦਿੱਤਾ ਸੀ, ਉੱਤਰ ਦਿੱਤਾ ਸੀ, ਇਸ ਤੋਂ ਚੰਗਾ ਮੇਰੇ ਲਈ ਹੋਰ ਕੀ ਹੈ ਜੇ ਮੈਨੂੰ ਆਪਣੇ ਮੁਰਸ਼ਿਦ ਦੇ ਸਾਹਮਣੇ ਸ਼ਹੀਦ ਹੋਣ ਦਾ ਮੌਕਾ ਮਿਲ ਜਾਏ। ਤੇ ਕਹਿੰਦੇ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ। ਤਾਂ ਭਾਈ ਮਤੀ ਦਾਸ ਅੱਗੋਂ ਬੋਲੇ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸੀਸ ਜਾਏ ਤਾਂ ਜਾਨ ਦੇ, ਸਿੱਖੀ ਸਿਦਕ ਨਾ ਜਾਏ। ਭਾਈ ਮਤੀ ਦਾਸ ਜੀ ਦਾ ਇਹ ਜਵਾਬ ਸੀ। ਤਾਂ ਫਿਰ ਅੱਗੋਂ ਜਦੋਂ ਇਹ ਅਸੂਲ ਹੈ ਕਿ ਜਦੋਂ ਕਿਸੇ ਨੂੰ ਮਾਰਨਾ ਜਾਂ ਖਤਮ ਕਰਨਾ, ਉਹਦੀ ਆਖਰੀ ਖਾਸ਼ ਪੁੱਛੀ ਜਾਂਦੀ ਹੈ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਦਿੱਤਾ ਤੇ ਕਹਿਣ ਲੱਗੇ, ਭਾਈ ਮਤੀ ਦਾਸ, ਤੇਰੇ ਜੀਵਨ ਦੀ ਕੋਈ ਆਖਰੀ ਖਾਸ਼ ਹੈ? ਕਹਿੰਦਾ, ਹਾਂ, ਮੇਰੀ ਇੱਕ ਖਾਸ਼ ਹੈ। ਬੜੇ ਪ੍ਰਸੰਨ ਹੋਏ ਵੀ ਸ਼ਾਇਦ ਡਰ ਗਿਆ ਭਾਈ ਮਤੀ ਦਾਸ, ਇਹ ਖਾਸ਼ ਦੱਸਣ ਲੱਗਾ। ਕਹਿਣ ਲੱਗੇ, ਜਦੋਂ ਮੈਨੂੰ ਸ਼ਹੀਦ ਕਰਨ ਲੱਗੋ, ਮੇਰੇ ਸਿਰ ਤੇ ਆਰਾ ਚਲਾਉਣ ਲੱਗੋ, ਤਾਂ ਮੇਰਾ ਮੂੰਹ ਉਸ ਪਿੰਜਰੇ ਵੱਲ ਕਰ ਦੇਣਾ ਜਿਹਦੇ ਵਿੱਚ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ, ਤਦ ਕਿ ਆਖਰੀ ਸਵਾਸਾਂ ਤੱਕ ਵੀ ਮੈਂ ਆਪਣੇ ਗੁਰਦੇਵ ਦੇ ਦਰਸ਼ਨ ਕਰਦਾ ਰਹਾ। ਕਿਆ ਕਮਾਲ ਦੀ ਦ੍ਰਿੜ ਹੈ, ਸਿੱਖੀ ਸਿਦਕ ਹੈ, ਭਰੋਸਾ ਹੈ, ਕਿੰਨਾ ਸਿਰਤ ਹੈ। ਤੇ ਇਤਿਹਾਸਕਾਰਤਾ ਦਾ ਇਹ ਵੀ ਲਿਖਿਆ ਕਿ ਉਧਰ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਦੇ ਸਿਰ ਤੇ ਆਰਾ ਚਲਾਉਣਾ ਸ਼ੁਰੂ ਕੀਤਾ, ਉਧਰ ਭਾਈ ਸਾਹਿਬ ਨੇ ਜਪਜੀ ਦਾ ਪਾਠ ਕਰਨਾ ਸ਼ੁਰੂ ਕੀਤਾ। ਜਦ ਤੱਕ ਜਪਜੀ ਦਾ ਪਾਠ ਪੂਰਾ ਨਹੀਂ ਹੋਇਆ, ਭਾਈ ਸਾਹਿਬ ਜੀ ਦੀ ਸ਼ਹਾਦਤ ਨਹੀਂ ਹੋਈ, ਜੋ ਇਤਿਹਾਸਕਾਰ ਲਿਖਦੇ ਹਨ। ਇਹ ਤਾਂ ਉਹੀ ਪੰਕਤੀ ਮੈਨੂੰ ਯਾਦ ਆਉਂਦੀ ਹੈ, ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਪਰੇ ਤੂੰ ਪ੍ਰੀਤ ਨਾ ਤੋਰੂ। ਭਗਤ ਕਬੀਰ ਜੀ ਦੇ ਬੋਲ, ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਪਰੇ ਤੂੰ ਪ੍ਰੀਤ ਨਾ ਤੋਰੂ। ਇਹ ਕੁਰਬਾਨੀ ਭਾਈ ਮਤੀ ਦਾਸ ਜੀ ਦੀ ਹੈ, ਜਿਨ੍ਹਾਂ ਨੂੰ ਅਸੀਂ ਆਰਿਆਂ ਨਾਲ ਚੀਰੇ ਗਏ ਦੇ ਲਫ਼ਜ਼ਾਂ ਦੇ ਨਾਲ ਯਾਦ ਕਰਦੇ ਹਾਂ। ਮਹਾਨ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਸ਼ਹੀਦ ਹੋ ਜਾਣਾ ਕੋਈ ਛੋਟੀ ਮੋਟੀ ਬਾਤ ਨਹੀਂ, ਔਰ ਐਡੀ ਵੱਡੀ ਕੁਰਬਾਨੀ ਸਰੀਰ ਨੂੰ ਦਫਾੜ ਕਰਾ ਲੈਣਾ, ਇਹ ਵੀ ਕੋਈ ਛੋਟੀ ਮੋਟੀ ਬਾਤ ਨਹੀਂ। ਬੰਦ ਕਟਾਏ, ਖੂਪਰੀਆਂ ਲੋਹਾਈਆਂ, ਚਰਖੀਆਂ ਚੜੇ, ਆਰਿਆਂ ਚ ਰਹਿ ਗਏ, ਫਿਰ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ, ਨਨਕਾਣਾ ਸਾਹਿਬ ਦਾ ਸਾਕਾ, ਗੰਗਸਰ ਜੀ ਉੱਤੋਂ ਦੀਆਂ ਸ਼ਹਾਦਤਾਂ, ਗੁਰੂ ਕੇ ਬਾਗ ਦੀ ਦਾਸਤਾਨ ਸਾਡੇ ਸਾਹਮਣੇ ਹੈ। ਹੋਰ ਤਾਂ ਹੋਰ 1984 ਵਿੱਚ ਦਰਬਾਰ ਸਾਹਿਬ ਵਿਖੇ ਆਪਣੇ ਇਸ਼ਟ ਦੇ ਉੱਤੇ ਹੋਏ ਹਮਲੇ ਦਾ ਜਵਾਬ ਦੇਣ ਲਈ ਸ਼ਹਾਦਤਾਂ। ਇਹ ਤਾਂ ਸ਼ਹਾਦਤਾਂ ਦੀ ਇੱਕ ਲੜੀ ਹੈ ਜੋ ਪਰੋਈ ਹੋਈ ਹੈ। ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਦੇ ਚੜੇ, ਆਰਨਾਂ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਹਾਰਿਆ। ਹੁਣ ਇੱਥੇ ਹੈ ਧਰਮ ਦੀ ਪਰਪੱਕਤਾ ਦੀ ਗੱਲ। ਵਾਹਿਗੁਰੂ ਦੇ ਹੁਕਮ ਨੂੰ, ਉਹਦੇ ਹੁਕਮ 'ਚ ਆਏ ਦੁੱਖ ਸੁੱਖ ਨੂੰ, ਜਿਨ੍ਹਾਂ ਨੇ ਆਪਣੇ ਖਿੜੇ ਮੱਥੇ ਪਿੰਡੇ ਤੇ ਸਹਿ ਲਿਆ, ਆਪਣੀ ਮਨ ਮਰਜ਼ੀ ਦਾ ਤਿਆਗ ਕਰਕੇ ਅਕਾਲ ਪੁਰਖ ਦੀ ਛਤਰ ਛਾਇਆ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਉਹਨਾਂ ਨੇ ਖਿੜੇ ਮੱਥੇ ਕੁਰਬਾਨੀਆਂ ਨੂੰ ਪ੍ਰਵਾਨ ਕੀਤਾ। ਇਹ ਹੈ ਆਪਣੀ ਯਾਤਰਾ ਨੂੰ ਸਫਲ ਕਰਕੇ ਜਾਣਾ। ਇਹ ਹੈ ਹੁਕਮ ਪਛਾਣੇ ਸੋ ਏਕੇ ਜਾਣੇ, ਬੰਦਾ ਕਹੀਏ ਸੋਈ ਦੀ ਗੱਲ। ਇਹ ਹੈ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਵ ਜੀਓ, ਕਿਉਂ ਪਾਵੇਂ ਹਰ ਦਰਸਾਵੜਾ,
ਨਾ ਲਾਗੇ ਤੱਤੀ ਵਾਵ ਜੀਓ। ਇਹ ਹੈ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ। ਇਹ ਚੀਜ਼ ਹੈ। ਇਹਨਾਂ ਨੂੰ ਇਹ ਵੀ ਸਮਝ ਆ ਗਈ, ਦੁੱਖ ਸੁੱਖ ਤੇਰੇ ਭਾਣੇ ਹੋਵੇ। ਇਹ ਕਹਿੰਦੇ ਸਨ, ਦੁੱਖ ਨਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨੀਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੇ। ਜਿਨ੍ਹਾਂ ਨੇ ਕਰਤਾਰ ਦੇ ਭਾਣੇ ਨੂੰ ਭਾ ਲਿਆ, ਮੰਨ ਲਿਆ, ਵਾਹਿਗੁਰੂ ਨੂੰ ਜੋ ਪਾਉਂਦਾ ਸੀ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖ ਲਿਆ। ਇਸ ਰਜ਼ਾ ਵਿੱਚ ਰਾਜੀ ਰਹਿਣ ਵਾਲਿਆਂ ਦਾ ਇਤਿਹਾਸ ਜਿਹੜਾ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ ਤੇ ਅਰਦਾਸ ਦੇ ਰਾਹੀਂ ਅਸੀਂ ਸਾਂਝਾ ਕਰਦੇ ਹਾਂ। ਉਹ ਮਹਾਨ ਸ਼ਹੀਦਾਂ ਦੀ ਸਰੋਤ ਹਨ ਸਾਡੇ। ਉਹ ਸਾਡੇ ਜੀਵਨ ਦੀ ਅਗਲੇ ਮਾਰਗ ਦਰਸ਼ਨ ਕਰਨ ਵਾਲੇ ਹਨ, ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਕੇ ਕਹਿੰਦੇ ਹਾਂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਚਿੱਤ ਆਵੇ, ਇਹ ਸਾਡਾ ਸੰਕਲਪ ਹੈ। ਉਹ ਇਤਿਹਾਸ ਦੇ ਉਪੰਨਿਆਂ ਨੂੰ ਸਦੀਵ ਤੌਰ ਤੇ ਆਪਣੇ ਹਿਰਦੇ ਵਿੱਚ ਥਾ ਦਈਏ। ਇਹ ਇਤਿਹਾਸ ਦਾ ਮੰਤਵ ਹੈ। ਗੁਰੂ ਕਿਰਪਾ ਕਰੇ ਇਤਿਹਾਸ ਦੇ ਇਹਨਾਂ ਪੰਨਿਆਂ ਦੀ ਯਾਦਾਸ਼ਤ ਸਾਡੇ ਅੰਦਰ ਜਦੋਂ ਅਸੀਂ ਅਰਦਾਸ ਕਰਦੇ ਹਾਂ ਜ਼ਰੂਰ ਤਾਜ਼ੀ ਹੋਵੇ, ਅਤੇ ਉਹ ਸੀਨੇ, ਉਹ ਨਜ਼ਾਰੇ, ਉਹ ਸੀਨ ਸਾਡੇ ਅੰਦਰ ਇਉਂ ਘੁੰਮ ਜਾਣ ਜਿਵੇਂ ਬਿਜਲੀ ਦੀ ਸ਼ਕਤੀ ਘੁੰਮਦੀ ਹੈ। ਫਿਰ ਅਰਦਾਸ ਵਿੱਚ ਜੁੜਿਆ ਹੋਇਆ ਮਨ ਤੇ ਕੀਤੀ ਹੋਈ ਅਰਦਾਸ ਗੁਰੂ ਦਰ 'ਤੇ ਪ੍ਰਵਾਨ ਹੁੰਦੀ ਹੈ। ਮਾਲਕ ਬਖਸ਼ਿਸ਼ ਰੱਖੇ, ਇਹ ਜੀਵਨ ਦੀ ਅਵਸਥਾ ਸਾਡੀ ਬਣੇ, ਲੋਕ ਪਰਲੋਕ ਸੁਹੇਲਾ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।